ऐशलीन, ज्योति, टीना, मीनाक्षी, बेटा सारे वीडियो ऑन कर लो। डिम्पल बेटा, ऐशलीन, मीनाक्षी बेटा वीडियो ऑन कर लो। टीना, संध्या, वेट है, जाना नहीं किसी ने। ओके स्टार्ट करिए बेटा फिर ਆਪਾਂ। Yes, sir. ओके बेटा आई एम गोइंग टू शेयर अ ਸਕਰੀਨ और ਮੈਨੂੰ ਦੱਸ ਦਿਓ ਅਗਰ ਸਕਰੀਨ ਦੀ ਪ੍ਰੋਬਲਮ ਹੈ। बेटा ਸਕਰੀਨ ਸਭ ਨੂੰ ਵਿਜ਼ੀਬਲ ਹੈ? Yes, sir. Okay, so today we are going to again discuss chapter number 4 और ਉਹਦੇ ਵਿੱਚ ਲਾਸਟ ਟੌਪਿਕ ਹੈ ਜਿਹੜਾ ਬੇਸਿਕਲੀ ਚੈਪਟਰ ਦਾ ਨੇਮ ਹੈ stacks, queues and recursion, or in previous lectures we already discussed about stacks as well as recursion. Today we are going to start next topic of the same chapter, that is the queues data structure. So ਬੇਟਾ ਆਪਾਂ queue data structure ਹੈ ਇਹ ਆਪਾਂ ਡਿਸਕਸ ਕਰਾਂਗੇ। So these are the contents or you can say outline ਜਿਹੜੇ ਕਿ ਆਪਾਂ ਇਸ queue data structure ਵਿੱਚ discuss ਕਰਾਂਗੇ। First is the definition, then graphical view, then various operations on a queue, then representation of queue, ठीक है, using a array as well as a linked list, ਇਹਨਾਂ ਦੇ ਬੇਟਾ algorithm discuss ਕਰਾਂਗੇ। Then that is very very important circular queue, then priority queue and followed by a D queue, then types of DQ and application. So ਬੇਟਾ ਇਹ ਆਪਣੇ ਕੋਲ ਕੰਟੈਂਟਸ ਰਹਿਣਗੇ ਜਿਹੜੇ ਕਿ ਆਪਾਂ ਇਸ ਚੈਪਟਰ ਦੇ ਵਿੱਚ ਆਪਾਂ ਬੇਟਾ ਡਿਸਕਸ ਕਰਨੇ ਆ। ਸੋ ਲੈਟਸ ਸਟਾਰਟ ਵਿਦ ਦਾ ਡੈਫੀਨੇਸ਼ਨ ਆਫ ਅ ਕਿਊ। ਪਹਿਲੀ ਗੱਲ ਤਾਂ ਬੇਟਾ ਮੈਨੂੰ ਦੱਸੋ ਜਿਹੜੀ ਕਿਊ ਹੈ ਇਹ ਲੀਨੀਅਰ ਡਾਟਾ ਸਟਰਕਚਰ ਹੈ ਜਾਂ ਨॉन ਲੀਨੀਅਰ ਡਾਟਾ ਸਟਰਕਚਰ ਹੈ? ਸ਼ਾਬਾਸ਼ ਬੇਟਾ, ਹਰੀ ਅਪ। ਬੇਟਾ ਕਿਸ ਕੈਟੇਗਰੀ ਵਿੱਚ ਆਉਂਦੀ ਹੈ, ਲੀਨੀਅਰ ਔਰ ਨॉन ਲੀਨੀਅਰ? ਬੇਟਾ ਜਿੰਨੇ ਵੀ ਹਜੇ ਤੱਕ ਆਪਾਂ ਡਾਟਾ ਸਟਰਕਚਰ ਡਿਸਕਸ ਕੀਤੇ ਆ ਜਾਂ ਆਪਾਂ ਇਹ ਡਾਟਾ ਸੈਟ ਡਿਸਕਸ ਕਰਨ ਜਾ ਰਹੇ ਹਾਂ ਬੇਟਾ ਇਹ ਸਾਰੇ ਦੇ ਸਾਰੇ ਲੀਨੀਅਰ ਡਾਟਾ ਸਟਰਕਚਰ ਹੈ। ਮੈਂ ਬਾਰ-ਬਾਰ ਕਹਿ ਰਿਹਾ ਹਾਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਆਪਣੇ ਕੋਲ ਡਾਟਾ ਸਟਰਕਚਰ ਲੀਨੀਅਰ ਹੈ ਔਰ ਕਿਹੜੇ ਆਪਣੇ ਕੋਲ ਨॉन ਲੀਨੀਅਰ ਹੈ। ਸੋ ਆਲਵੇਜ਼ ਕੀਪ ਇਨ ਮਾਈਂਡ, ਵੇਟ, ਆਲਵੇਜ਼ ਕੀਪ ਇਨ ਮਾਈਂਡ ਜਿਹੜਾ ਆਪਣੇ ਕੋਲ ਕਿਊ ਡਾਟਾ ਸਟਰਕਚਰ ਹੋਏਗਾ ਬੇਟਾ ਉਹ ਆਪਣੇ ਕੋਲ ਲੀਨੀਅਰ ਡਾਟਾ ਸਟਰਕਚਰ ਹੋਏਗਾ। क्लियर बेटा? Yes, sir. ठीक है। सो एरे भी लीनियर डाटा स्ट्रक्चर है, देन अपने को लिंक लिस्ट है आल्सो लीनियर डाटा स्ट्रक्चर, देन क्यूज है आल्सो लीनियर डाटा स्ट्रक्चर, स्टैक्स है आल्सो लीनियर डाटा स्ट्रक्चर। सो दिस इज द लास्ट लीनियर डाटा स्ट्रक्चर ਜਿਹੜਾ ਕਿ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਔਰ ਆਪਾਂ ਨੂੰ ਪਤਾ ਹੈ ਕਿ ਲੀਨੀਅਰ ਡਾਟਾ ਸਟਰਕਚਰ ਦੇ ਵਿੱਚ ਐਲੀਮੈਂਟ ਜਿਹੜੇ ਹੁੰਦੇ ਆ ਇੱਕ ਦੂਜੇ ਨਾਲ ਕਨੈਕਟਡ ਹੁੰਦੇ ਆ ਇਨ ਅ ਪਾਰਟਿਕੂਲਰ ਆਰਡਰ ਔਰ ਯੂ ਕੈਨ ਸੇ ਇਨ ਸੀਕੁਐਂਸ ਵਿੱਚ ਬੇਟਾ ਕਨੈਕਟਡ ਹੁੰਦੇ ਆ। ਠੀਕ ਹੈ, ਲਿੰਕ ਲਿਸਟ ਵਿੱਚ ਆਪਾਂ ਦੇਖਿਆ ਹੈ, ਸਟੈਕ ਦੇ ਵਿੱਚ ਵੀ ਦੇਖਿਆ ਹੈ, ਸਿਮਿਲਰਲੀ ਕਿਊ ਦੇ ਵਿੱਚ ਵੀ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਐਲੀਮੈਂਟ ਇੱਕ ਦੂਸਰੇ ਨਾਲ ਅਟੈਚ ਹੁੰਦੇ ਆ ਜਿਹੜੇ ਕਿ ਲੀਨੀਅਰ ਫਾਰਮ ਨੂੰ ਮੇਨਟੇਨ ਰੱਖਦੇ ਆ। ਸੋ ਡੈਟਸ ਵਾਈ ਜਿਹੜਾ ਆਪਣੇ ਕੋਲ ਬੇਟਾ ਕਿਊ ਹੋਏਗੀ ਆਲਵੇਜ਼ ਕੀਪ ਇਨ ਮਾਈਂਡ ਉਹ ਬੇਟਾ ਲੀਨੀਅਰ ਡਾਟਾ ਸਟਰਕਚਰ ਹੋਏਗਾ। ਕਲੀਅਰ ਬੇਟਾ? ਯੈਸ ਔਰ ਨੋ? ਠੀਕ ਹੈ। ਸੋ ਜਿਹੜਾ ਟਰੀ ਹੈ ਜਾਂ ਗ੍ਰਾਫ ਹੈ ਬੇਟਾ ਇਹ ਨॉन ਲੀਨੀਅਰ ਡਾਟਾ ਸਟਰਕਚਰ ਹੈ। ਬਾਕੀ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਹਾਂ ਐਰੇਜ਼, ਲਿੰਕ ਲਿਸਟ, ਸੈਕ, ਕਿਊਜ਼, these all are a linear data structure. So let's start with the definition of a queue. So ਬੇਟਾ definition ਆਪਣੇ ਕੋਲ ਕੀ ਕਹਿ ਰਹੀ ਹੈ, ਧਿਆਨ ਨਾਲ ਦੇਖੋ। A queue is a linear list of elements, because ਆਪਾਂ ਡਿਸਕਸ ਕਰ ਚੁੱਕੇ ਹਾਂ ਦੱਸਿਆ ਤੁਹਾਨੂੰ ਹੁਣੇ ਕਿ ਆਪਣੇ ਕੋਲ linear data structure ਹੈ, that's why you can say a linear list of elements in which deletions can take place only at one end called front and insertion can take place only at the other end called a rear. ਸੋ ਬੇਟਾ ਜਿੱਦਾਂ ਕਿ ਆਪਾਂ ਸਟੈਕ ਦੇ ਵੀ ਡਿਸਕਸ ਕਰ ਚੁੱਕੇ ਹਾਂ, ਇਨ ਕੇਸ ਆਫ ਅ ਸਟੈਕ ਯੂ ਟੈਲ ਮੀ ਕਿ ਬੇਟਾ ਇੰਸਰਸ਼ਨ ਔਰ ਡਿਲੀਸ਼ਨ ਕਿਸ ਤਰੀਕੇ ਨਾਲ ਹੁੰਦੀ ਸੀਗੀ? ਐਨੀਬਡੀ ਕੋਈ ਦੱਸ ਸਕਦਾ ਹੈ ਸਟੈਕ ਦੇ ਵਿੱਚ ਇੰਸਰਸ਼ਨ ਐਂਡ ਡਿਲੀਸ਼ਨ ਬੇਟਾ ਕਿਸ ਸਾਈਡ ਤੋਂ ਹੁੰਦੀ ਹੈ? ਸ਼ਾਬਾਸ਼ ਬੇਟਾ। Sir, left side. ਨੋ ਬੇਟਾ ਧਿਆਨ ਨਾਲ ਸਟੈਕ ਦੀ ਗੱਲ ਕਰ ਰਹੇ ਹਾਂ ਬੇਟਾ ਸਟੈਕ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਸਿਰਫ ਇੱਕੋ ਐਂਡ ਦੇ ਉੱਪਰ ਹੀ ਇੰਸਰਸ਼ਨ ਹੁੰਦੀ ਹੈ ਔਰ ਉਸੇ ਐਂਡ ਤੋਂ ਡਾਟਾ ਡਿਲੀਟ ਹੁੰਦਾ ਹੈ। ਕਲੀਅਰ ਬੇਟਾ? Yes, sir. ਬੇਟਾ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਧਿਆਨ ਰੱਖਿਆ ਕਰੋ ਸਟੈਕ ਦੇ ਵਿੱਚ ਸਿਰਫ ਇੱਕੋ ਐਂਡ ਤੋਂ ਡਾਟਾ ਇਨਸਰਟ ਹੋਏਗਾ ਔਰ ਇੱਕੋ ਐਂਡ ਤੋਂ ਡਾਟਾ ਕੀ ਹੋਏਗਾ, ਡਿਲੀਟ ਹੋਏਗਾ, ਜਿਹਨੂੰ ਆਪਾਂ ਪੁਸ਼ ਐਜ਼ ਵੈਲ ਐਜ਼ ਅ ਪੌਪ ਕਹਿੰਦੇ ਆ। ਸੋ ਬਟ ਇਨ ਕੇਸ ਆਫ ਅ ਕਿਊ ਇਜ਼ ਅ ਲੀਨੀਅਰ ਲਿਸਟ ਆਫ ਐਲੀਮੈਂਟ, ਦੈਟ ਮੀਨਸ ਇਹਦੇ ਵਿੱਚ ਐਲੀਮੈਂਟਸ ਹੋਣਗੇ
ਔਰ ਜਿਹਦੇ ਵਿੱਚ ਬੇਟਾ ਡਿਲੀਸ਼ਨ ਹੈ ਇੱਕ ਸਾਈਡ ਤੋਂ ਹੋਏਗੀ ਔਰ ਉਸ ਨੂੰ ਆਪਾਂ ਕਵਾਂਗੇ ਫਰੰਟ। ਇੰਸਰਸ਼ਨ ਜਿਹੜੀ ਹੈ ਦੂਸਰੀ ਸਾਈਡ ਤੋਂ ਹੋਏਗੀ, ਉਹਨੂੰ ਆਪਾਂ ਕਵਾਂਗੇ ਰੀਅਰ। ਸੋ ਇਨ ਕੇਸ ਆਫ ਅ ਕਿਊ ਜਿਹੜੀ ਇੰਸਰਸ਼ਨ ਹੋਏਗੀ ਇੱਕ ਸਾਈਡ ਤੋਂ ਹੋਏਗੀ, ਡਿਲੀਸ਼ਨ ਦੂਸਰੀ ਸਾਈਡ ਤੋਂ ਹੋਏਗੀ। ਜਿਸ ਸਾਈਡ ਤੋਂ ਬੇਟਾ ਡਿਲੀਸ਼ਨ ਹੋ ਰਹੀ ਹੈ ਉਹਨੂੰ ਆਪਾਂ ਫਰੰਟ ਕਵਾਂਗੇ, ਔਰ ਜਿਸ ਸਾਈਡ ਤੋਂ ਬੇਟਾ ਇੰਸਰਸ਼ਨ ਹੋਏਗੀ ਉਹਨੂੰ ਆਪਾਂ ਰੀਅਰ ਕਵਾਂਗੇ। ਕਲੀਅਰ ਬੇਟਾ? ਯੈਸ ਔਰ ਨੋ? ਬੇਟਾ ਸਮਝ ਲੱਗੀ ਸਾਰਿਆਂ ਨੂੰ? sir, ਠੀਕ ਹੈ, ਹੁਣ ਆਪਾਂ ਗ੍ਰਾਫਿਕਲੀ ਵੀ ਦੇਖਾਂਗੇ ਕਿਸ ਤਰੀਕੇ ਨਾਲ ਐਲੀਮੈਂਟ ਇਨਸਰਟ ਔਰ ਡਿਲੀਟ ਹੁੰਦੇ ਆ। तो नेक्स्ट की कह रहा है द टर्म्स फ्रंट एंड रियर आर यूज्ड इन डिस्क्राइबिंग अ लीनियर लिस्ट ओनली व्हेन इट इज़ इंप्लीमेंटेड एज क्यू। सो बेटा ਇਹਦਾ ਮਤਲਬ ਹੈ ਕਿ ਫਰੰਟ ਔਰ ਰੀਅਰ ਜਿਹੜੀਆਂ ਟਰਮਸ ਹੈ ਬੇਟਾ ਆਪਾਂ ਉਦੋਂ ਯੂਜ਼ ਕਰਾਂਗੇ ਜਦੋਂ ਆਪਾਂ ਕਿਊ ਨੂੰ ਇੰਪਲੀਮੈਂਟ ਕਰਨਾ ਹੈ। ਜਿੱਦਾਂ ਬੇਟਾ ਆਪਾਂ ਸਟੈਕ ਦੇ ਵਿੱਚ ਦੇਖਿਆ ਸੀਗਾ, ਉੱਥੇ ਆਪਾਂ ਟੌਪ ਪੁਆਇੰਟਰ ਵੇਰੀਏਬਲ ਡਿਸਕਸ ਕਰਦੇ ਸੀਗੇ। ਆਪਾਂ ਨੂੰ ਪਤਾ ਜਦੋਂ ਟੌਪ ਦੀ ਗੱਲ ਹੋਏਗੀ ਡੈਟ ਮੀਨਸ ਆਪਾਂ ਸਟੈਕ ਨੂੰ ਇੰਪਲੀਮੈਂਟ ਕਰ ਰਹੇ ਹਾਂ। ਸਿਮਿਲਰਲੀ ਬੇਟਾ ਜਦੋਂ ਆਪਾਂ ਲਿੰਕ ਲਿਸਟ ਦੀ ਗੱਲ ਕੀਤੀ ਸੀ ਉਹਦੇ ਵਿੱਚ ਆਪਾਂ ਸਟਾਰਟ ਪੁਆਇੰਟਰ ਵੇਰੀਏਬਲ ਲਿਆ ਸੀਗਾ, ਡੈਟ ਮੀਨਸ ਉਹ ਲਿੰਕ ਲਿਸਟ ਨੂੰ ਰਿਪਰੈਜ਼ੈਂਟ ਕਰਦਾ ਸੀਗਾ। ਸਿਮਿਲਰਲੀ ਬੇਟਾ ਜਦੋਂ ਆਪਾਂ ਕਿਊ ਦੀ ਗੱਲ ਕਰਾਂਗੇ ਉੱਥੇ ਆਪਾਂ ਦੋ ਟਰਮ ਯੂਜ਼ ਕਰਾਂਗੇ, ਫਰੰਟ ਐਜ਼ ਵੈਲ ਐਜ਼ ਅ ਰੀਅਰ। ਫਰੰਟ ਸਾਈਡ ਤੋਂ ਆਪਣੇ ਕੋਲ ਡਿਲੀਸ਼ਨ ਹੋਏਗੀ ਔਰ ਰੀਅਰ ਸਾਈਡ ਤੋਂ ਆਪਣੇ ਕੋਲ ਕੀ ਹੋਏਗਾ, ਇੰਸਰਸ਼ਨ ਹੋਏਗੀ। ਸੋ ਜਦੋਂ ਬੇਟਾ ਕਿਊ ਦੀ ਗੱਲ ਕਰਾਂਗੇ, ਕਿਊ ਨੂੰ ਇੰਪਲੀਮੈਂਟ ਕਰਾਂਗੇ, ਉਸ ਕੇਸ ਵਿੱਚ ਆਪਾਂ ਦੋ ਟਰਮ ਯੂਜ਼ ਕਰਾਂਗੇ, ਵਨ ਇਜ਼ ਅ ਫਰੰਟ ਐਂਡ ਸੈਕਿੰਡ ਇਜ਼ ਅ ਰੀਅਰ। ਸੋ ਜਦੋਂ ਵੀ ਬੇਟਾ ਫਰੰਟ ਔਰ ਰੀਅਰ ਦੀ ਗੱਲ ਹੋਏਗੀ ਦੈਨ ਆਟੋਮੈਟਿਕਲੀ ਤੁਸੀਂ ਸਮਝ ਜਾਣਾ ਕਿ ਆਪਾਂ ਕਿਊ ਦੀ ਗੱਲ ਕਰ ਰਹੇ ਹਾਂ। ਕਲੀਅਰ ਬੇਟਾ? ਯੈਸ ਔਰ ਨੋ? yes sir, okay so beta q is also called a first in first out। ਇਹਦਾ ਮਤਲਬ ਇਹ ਹੈ since the first element in the queue will be the first element out of the queue। ਬੇਟਾ ਜਿੱਦਾਂ ਆਪਾਂ ਸਟੈਕ ਦੇ ਵਿੱਚ ਡਿਸਕਸ ਕੀਤਾ ਸੀਗਾ ਉਹਦੇ ਵਿੱਚ ਆਪਾਂ ਲੀਫੋ ਟੈਕਨੀਕ ਯੂਜ਼ ਕਰਦੇ ਸੀ, ਲਾਸਟ ਇਨ ਫਸਟ ਆਊਟ। ਬਟ ਇਨ ਕੇਸ ਆਫ ਅ ਕਿਊ ਕੀ ਹੋਏਗਾ ਬੇਟਾ, ਜਿਹੜਾ ਐਲੀਮੈਂਟ ਪਹਿਲਾਂ ਕਿਊ ਦੇ ਵਿੱਚ ਐਂਟਰ ਕੀਤਾ ਹੈ ਉਹ ਐਲੀਮੈਂਟ ਪਹਿਲਾਂ ਕਿਊ ਦੇ ਵਿੱਚੋਂ ਕੀ ਆਏਗਾ, ਬਾਹਰ ਜਾਏਗਾ। ਔਰ ਇਸ ਟੈਕਨੀਕ ਨੂੰ ਬੇਟਾ ਕੀ ਕਹਾਂਗੇ ਆਪਾਂ, ਫਸਟ ਇਨ ਫਸਟ ਆਊਟ, ਦੈਟ ਇਜ਼ ਨੋਨ ਐਜ਼ ਅ ਫੀਫੋ। ਕਲੀਅਰ ਬੇਟਾ? ਯੈਸ ਔਰ ਨੋ? ਦੈਟ Yes, ਮੀਨਸ sir. ਜਿਹੜਾ ਪਹਿਲਾ ਐਲੀਮੈਂਟ ਐਡ ਹੋਇਆ ਸੀ ਉਹ ਪਹਿਲਾ ਹੀ ਐਲੀਮੈਂਟ ਕੀ ਹੋਏਗਾ, ਬਾਹਰ ਜਾਏਗਾ। ਬਟ ਸਟੈਕ ਦੇ ਵਿੱਚ ਇਹਦੇ ਵਿੱਚ ਉਲਟਾ ਹੁੰਦਾ ਸੀਗਾ। ਸੋ ਦੈਟਸ ਵਾਈ ਲਿਖਿਆ ਹੋਇਆ ਹੈ ਇਨ ਅਦਰ ਵਰਡਸ the order in which elements enter a queue is the order in which they leave। ਬੇਟਾ ਜਿਸ ਆਰਡਰ ਦੇ ਵਿੱਚ ਐਲੀਮੈਂਟ ਕਿਊ ਦੇ ਵਿੱਚ ਐਂਟਰ ਕਰਨਗੇ ਉਸੇ ਆਰਡਰ ਦੇ ਵਿੱਚ ਉਹ ਕਿਊ ਦੇ ਵਿੱਚੋਂ ਬਾਹਰ ਜਾਣਗੇ। this contrast with the stack which are in last in first out list। ਅਗਰ ਇਹਨੂੰ ਆਪਾਂ ਸਟੈਕ ਨਾਲ ਕੰਪੇਅਰ ਕਰੀਏ ਉੱਥੇ ਆਪਾਂ ਟੈਕਨੀਕ ਯੂਜ਼ ਕਰਦੇ ਸੀਗੇ ਲਾਸਟ ਇਨ ਫਸਟ ਆਊਟ, ਜਿਹੜੇ ਵਿੱਚ ਲਾਸਟ ਐਲੀਮੈਂਟ ਐਂਟਰ ਕਰਦਾ ਸੀ ਉਹ ਪਹਿਲਾਂ ਬਾਹਰ ਜਾਂਦਾ ਸੀਗਾ। ਬਟ ਕਿਊ ਦੇ ਵਿੱਚ ਕੀ ਹੋਏਗਾ, ਜਿਹੜਾ ਐਲੀਮੈਂਟ ਬੇਟਾ ਪਹਿਲਾਂ ਐਂਟਰ ਹੋਏਗਾ ਉਹੀ ਐਲੀਮੈਂਟ ਪਹਿਲਾਂ ਕੀ ਜਾਏਗਾ, ਬਾਹਰ ਜਾਏਗਾ। ਕਲੀਅਰ ਬੇਟਾ? ਡੈਫੀਨੇਸ਼ਨ ਸਭ ਨੂੰ ਕਲੀਅਰ ਹੋ ਗਈ ਬੇਟਾ? ਡੈਫੀਨੇਸ਼ਨ ਕਲੀਅਰ ਹੈ ਸਾਰਿਆਂ ਨੂੰ? yes sir, ਸੋ ਲੀਨੀਅਰ ਬੇਟਾ, ਲੀਨੀਅਰ ਆਲਵੇਜ਼ ਕੀਪ ਇਨ ਮਾਈਂਡ, ਲੀਨੀਅਰ ਮਤਲਬ ਇੱਕ ਪਾਰਟਿਕੂਲਰ ਸੀਕੁਐਂਸ ਹੋਏਗਾ। ਆਪਾਂ ਦੇਖਿਆ ਨਾ ਲਿੰਕ ਲਿਸਟ ਜੋ ਡਿਫਾਈਨ ਕੀਤਾ ਸੀਗਾ ਉੱਥੇ ਵੀ ਆਪਾਂ ਲੀਨੀਅਰ ਵਰਡ ਯੂਜ਼ ਕੀਤਾ ਸੀ, ਸਟੈਕ ਜੋ ਡਿਫਾਈਨ ਕੀਤਾ ਸੀ ਉੱਥੇ ਵੀ ਆਪਾਂ ਲੀਨੀਅਰ ਵਰਡ ਯੂਜ਼ ਕੀਤਾ ਸੀਗਾ। ਨਾਓ ਕਿਊ ਯੂਜ਼ ਕਰ ਰਹੇ ਹਾਂ ਉੱਥੇ ਵੀ ਲੀਨੀਅਰ ਵਰਡ ਹੋਏਗਾ। ਡੈਟ ਮੀਨਸ ਉਹਦੇ ਵਿੱਚ ਐਲੀਮੈਂਟ ਇੱਕ ਪਾਰਟਿਕੂਲਰ ਸੀਕੁਐਂਸ ਵਿੱਚ ਇਨਸਰਟ ਹੋਣਗੇ ਔਰ ਉਹਦੇ ਅਕੋਰਡਿੰਗ ਹੀ ਆਪਣੇ ਕੋਲ ਕੀ ਹੋਣਗੇ, ਡਿਲੀਟ ਹੋਣਗੇ। ਸੋ ਲੈਟਸ ਸੀ ਗ੍ਰਾਫਿਕਲ ਵਿਊ ਬੇਟਾ ਡਿਸਕਸ ਕਰਨ ਤੋਂ ਪਹਿਲਾਂ ਕੁਝ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਜਿਹੜੀਆਂ ਐਵਰੀਡੇ ਲਾਈਫ ਦੇ ਵਿੱਚ ਹੁੰਦੀਆਂ ਹੈ। ਸੋ ਕੀ ਕਹਿ ਰਿਹਾ ਹੈ, ਦ ਆਟੋਮੋਬਾਈਲਸ ਵੇਟਿੰਗ ਟੂ ਪਾਸ ਥਰੂ ਐਨ ਇੰਟਰਸੈਕਸ਼ਨ ਫॉर्म ਅ ਕਿਊ। ਫॉर एग्जांपल ਆਪਣੇ ਕੋਲ ਆਟੋਮੋਬਾਈਲਸ ਕਾਫੀ ਯੂ ਕੈਨ ਸੇ ਆ ਕਾਰ ਜਾਂ ਗੱਡੀਆਂ ਆਪਣੇ ਕੋਲ ਬੇਟਾ ਖੜੀਆਂ ਹੋਈਆਂ ਹੈ। ਠੀਕ ਹੈ, ਇੱਕ ਇੰਟਰਸੈਕਸ਼ਨ ਨੂੰ ਕ੍ਰਾਸ ਕਰਨਾ ਹੈ। ਜਿਹੜੀ ਕਾਰ ਪਹਿਲਾਂ ਬੇਟਾ ਆਪਣੇ ਕੋਲ ਲਾਈਨ ਦੇ ਵਿੱਚ ਲੱਗੀ ਹੋਏਗੀ ਬੇਟਾ ਉਹ ਕਾਰ ਪਹਿਲਾਂ ਕੀ ਹੋਏਗੀ, ਪਾਸ ਹੋਏਗੀ। ਕਲੀਅਰ ਬੇਟਾ? ਯੈਸ ਔਰ ਨੋ? yes sir, ਠੀਕ ਹੈ, ਇਹ ਆਪਣੇ ਕੋਲ ਐਵਰੀਡੇ ਲਾਈਫ ਦੀ ਐਗਜ਼ਾਮਪਲ ਹੈ। ਦੂਸਰੀ ਬੇਟਾ ਐਗਜ਼ਾਮਪਲ ਹੈ ਪੀਪਲ ਵੇਟਿੰਗ ਇਨ ਅ ਲਾਈਨ ਐਟ ਦਾ ਬੈਂਕ ਫॉर्म ਅ ਕਿਊ। ਜਦੋਂ ਬੇਟਾ ਬੈਂਕ ਦੇ ਵਿੱਚ ਜਿਹੜੇ ਆਪਣੇ ਕੋਲ ਪੀਪਲਸ ਕਸਟਮਰ ਹੈ ਉਹ ਇੱਕ ਲਾਈਨ ਕ੍ਰੀਏਟ ਕਰ ਲੈਂਦੇ ਹੈ, ਉਹ ਵੀ ਆਪਣੇ ਕੋਲ ਇੱਕ ਫॉर्म ਦੀ ਕਿਊ ਬਣ ਜਾਂਦੀ ਹੈ। ਉਹਦੇ ਵਿੱਚ ਕੀ ਹੋਏਗਾ, ਜਿਹੜਾ ਪਹਿਲਾ ਐਲੀਮੈਂਟ ਬੇਟਾ ਲਾਈਨ ਦੇ ਵਿੱਚ ਲੱਗਿਆ ਹੋਏਗਾ ਉਹ ਪਹਿਲਾਂ ਆਪਣੇ ਕੋਲ ਕੀ ਹੋਏਗਾ, ਪ੍ਰੋਸੈਸ ਹੋਏਗਾ, ਉਸ ਤੋਂ ਬਾਅਦ ਨੈਕਸਟ ਐਲੀਮੈਂਟ ਐਂਡ ਅ ਸੋ ਔਨ। ਸੋ ਦੈਟਸ ਵਾਈ ਲਿਖਿਆ ਹੋਇਆ ਹੈ ਦ ਪੀਪਲ ਵੇਟਿੰਗ ਇਨ ਅ ਲਾਈਨ ਐਟ ਅ ਬੈਂਕ ਫॉर्म ਅ ਕਿਊ where the first person in the line is the first person to be waiting on। ਠੀਕ ਹੈ, ਸੋ ਜਿਹੜਾ ਬੇਟਾ ਪਹਿਲਾ ਪਰਸਨ ਹੋਏਗਾ ਉਹਦਾ ਡਾਟਾ ਪ੍ਰੋਸੈਸ ਹੋਏਗਾ, ਉਹ ਪ੍ਰੋਸੈਸਿੰਗ ਉਹਦੀ ਹੋਏਗੀ, ਉਸ ਤੋਂ ਬਾਅਦ ਨੈਕਸਟ ਜਿਹੜਾ ਪਰਸਨ ਹੋਏਗਾ ਬੈਲਕੀ ਉਹਦੇ ਵਿੱਚ ਉਹਦੀ ਪ੍ਰੋਸੈਸਿੰਗ ਹੋਏਗੀ ਐਂਡ ਸੋ ਔਨ। ਕਲੀਅਰ ਬੇਟਾ? ਇਹ ਤੁਸੀਂ ਐਗਜ਼ਾਮਪਲ ਤੁਹਾਡੀਆਂ ਐਵਰੀਡੇ ਲਾਈਫ ਦੇ ਵਿੱਚ ਦੇਖਿਆ ਹੋਣਾ, ਜਿੱਥੇ ਵੀ ਕੋਈ ਕਿਊ ਬਣ ਜਾਂਦੀ ਹੈ ਜਾਂ ਲਾਈਨ ਬਣ ਜਾਂਦੀ ਹੈ ਉਹਨੂੰ ਬੇਟਾ ਆਪਾਂ ਕਿਊ ਕਹਿੰਦੇ ਆ। ਜਿਹੜਾ ਪਹਿਲਾਂ ਹੁੰਦਾ ਹੈ ਪਹਿਲਾਂ ਉਹਦਾ ਕੰਮ ਹੁੰਦਾ ਹੈ, ਉਸ ਤੋਂ ਬਾਅਦ ਨੈਕਸਟ ਐਂਡ ਸੋ ਔਨ। ਕਲੀਅਰ ਬੇਟਾ? ਯੈਸ ਔਰ ਨੋ? yes sir, yes sir, ਉਸ ਤੋਂ ਬਾਅਦ ਬੇਟਾ ਸਭ ਤੋਂ ਜਿਹੜੀ ਇੰਪੋਰਟੈਂਟ ਐਗਜ਼ਾਮਪਲ ਹੈਗੀ ਆ, ਅਗਰ ਆਪਾਂ ਕੰਪਿਊਟਰ ਸਾਇੰਸ ਦੀ ਗੱਲ ਕਰੀਏ, ਇੰਪੋਰਟੈਂਟ ਜਿਹੜੀ ਐਗਜ਼ਾਮਪਲ ਆਪਣੀ ਕੋਲ ਕਿਊ ਦੀ ਹੈ ਉਹ ਹੈ ਬੇਟਾ ਟਾਈਮ ਸ਼ੇਅਰਿੰਗ ਸਿਸਟਮ। ਆਲਵੇਜ਼ ਕੀਪ ਇਨ ਮਾਈਂਡ, ਤੁਸੀਂ ਆਪਣੇ ਮਾਈਂਡ ਵਿੱਚ ਰੱਖਣਾ ਹੈ ਕਿ ਕਿਊ ਦੇ ਵਿੱਚ ਆਪਾਂ ਟਾਈਮ ਸ਼ੇਅਰਿੰਗ ਸਿਸਟਮ ਜਿਹੜਾ ਕਨਸੈਪਟ ਹੈ ਉਹ ਯੂਜ਼ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਅ ਟਾਈਮ ਸ਼ੇਅਰਿੰਗ ਸਿਸਟਮ।
ਟਾਈਮ ਸ਼ੇਅਰਿੰਗ ਦਾ ਮਤਲਬ ਕੀ ਹੈ, ਜਦੋਂ ਆਪਣੇ ਕੋਲ ਇੱਕ ਪਾਰਟਿਕੂਲਰ ਕਿਊ ਦੇ ਵਿੱਚ ਜਿਹੜੇ ਐਲੀਮੈਂਟਸ ਹੈ ਹੈਵਿੰਗ ਅ ਸੇਮ ਪ੍ਰਾਇੋਰਟੀ ਆ ਜਾਂਦੇ ਹੈ, ਦੈਨ ਉਸ ਕੇਸ ਵਿੱਚ ਕਿਹੜਾ ਐਲੀਮੈਂਟ ਬੇਟਾ ਪਹਿਲਾਂ ਪ੍ਰੋਸੈਸ ਹੋਏਗਾ ਜਾਂ ਉਹਨੂੰ ਕਿੰਨਾ ਟਾਈਮ ਦੇਣਾ ਹੈ, ਉੱਥੇ ਬੇਟਾ ਆਪਾਂ ਟਾਈਮ ਸ਼ੇਅਰਿੰਗ ਕਨਸੈਪਟ ਜਿਹੜਾ ਯੂਜ਼ ਕਰਾਂਗੇ। ਜਦੋਂ ਆਪਾਂ ਬੇਟਾ ਪ੍ਰਾਇੋਰਟੀ ਕਿਊ ਡਿਸਕਸ ਕਰਾਂਗੇ ਉਹਦੇ ਵਿੱਚ ਆਪਾਂ ਇਹ ਐਗਜ਼ਾਮਪਲ ਜਿਹੜੀ ਹੈ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਰਾਈਟ ਨਾਓ ਆਲਵੇਜ਼ ਕੀਪ ਇਨ ਮਾਈਂਡ ਜਿਹੜਾ ਇੰਪੋਰਟੈਂਟ ਐਗਜ਼ਾਮਪਲ ਜਿਹੜੀ ਆਪਣੇ ਕੋਲ ਕਿਊ ਦੀ ਹੈ ਉਹ ਕੰਪਿਊਟਰ ਸਾਇੰਸ ਦੇ ਵਿੱਚ ਟਾਈਮ ਸ਼ੇਅਰਿੰਗ ਸਿਸਟਮ ਹੈ। ਕਲੀਅਰ ਬੇਟਾ, ਇਹਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜਦੋਂ ਆਪਾਂ ਸਰਕੂਲਰ ਕਿਊ ਐਜ਼ ਵੈਲ ਐਜ਼ ਅ ਪ੍ਰਾਇੋਰਟੀ ਕਿਊ ਡਿਸਕਸ ਕਰਾਂਗੇ। ਕਲੀਅਰ। ਸੋ ਬੇਟਾ ਨੈਕਸਟ ਆਪਣੇ ਕੋਲ ਗ੍ਰਾਫਿਕਲ व्यू। तो देख सकते हो कि मेरे, हाँ जी बेटा, सर आवाज नहीं आ रही। एक मिनट बेटा, वेट वेट, वेट बेटा, हुण आवाज आ रही बेटा? हाँ जी कीर्ति, आवाज आ रही बेटा? यस सर। ओके वेट, यस सर। ओके ओके बेटा, ओके सो लेट्स सी डिस्कस करते हैं ਆਪਾਂ ग्राफिकल व्यू बेटा ऑफ अ क्यू। की होएगा तो यू कैन से दिस इज द क्यू। इन दिस केस बेटा एक साइड तो इंसर्शन होएगी और दूसरे साइड तो अपने कोल की होएगी डिलीशन होएगी। बेटा आप देखा है डेफिनेशन बेटा यही कह रही है, ਤੁਸੀਂ देख सकते हो कि क्यू इज़ अ लीनियर लिस्ट ऑफ एलीमेंट्स ਜਿਹਦੇ ਵਿੱਚ बेटा डिलीशन ਜਿਹੜੀ ਹੋਏਗੀ ਇੱਕ ਸਾਈਡ ਤੋਂ ਹੋਏਗੀ, ठीक है, टेक प्लेस एट वन एंड। सिमिलरली ਜਿਹੜੀ इंसर्शन होएगी बेटा ਉਹ दूसरे एंड ਤੋਂ ਹੋਏਗੀ। क्लियर बेटा? यस और नो? यस सर। सो दैट्स देख सकते हो कि मेरे को क्यू की ग्राफिकल फॉर्म है, एक साइड तो बेटा इंसर्शन हो रही है और एक साइड तो बेटा की हो रही है डिलीशन हो रही है। सो ऑलवेज कीप इन माइंड एको साइड तो इंसर्शन डिलीशन नहीं होएगी, एक साइड तो इंसर्शन होएगी, एक साइड तो डिलीशन होएगी। बेटा जिधरों इंसर्शन होएगी उन्होंने आपां बेटा रेयर कवांगे और जो बेटा डिलीशन होएगी उन्होंने आपां की कवांगे फ्रंट कवांगे। क्लियर बेटा? यस और नो? यस सर। ओके बेटा देखो ध्यान है, ग्राफिकली एग्जांपल देखो की कह रही है, एंड इंसर्शन कैन टेक प्लेस ओनली अदर एंड कॉल्ड द रीयर। जितों बेटा इंसर्शन हो रही है उन्होंने रीयर कवांगे, जिथे बेटा अपनी कोई डिलीशन हो रही है उन्होंने की कवांगे आपां फ्रंट कवांगे। क्लियर बेटा? यस और नो? वेट, सो डैट्स वाई देख सकते हो कि जिस साइड तो इंसर्शन हो रही है उन्होंने आप रेयर कह रहे हैं, जिस साइड तो बेटा डिलीशन हो रही उन्होंने की कवांगे आप फ्रंट कवांगे। सो इन दिस केस अपने कोल ਜਿਹੜੇ एलीमेंट बेटा इंसर्ट होंगे किस तरीके नाल, फॉर एग्जांपल दिस इज द क्यू, ठीक है। ऑलवेज कीप इन माइंड ਜਿਹੜਾ फ्रंट पॉइंट होएगा, ठीक है, फ्रंट पॉइंट टू द बिगनिंग ऑफ द क्यू, ठीक है, ਜਿਹੜਾ फ्रंट है डैट विल पॉइंट टू द बिगनिंग ऑफ द क्यू एंड रियर पॉइंट टू द एंड ऑफ द क्यू। सो फ्रंट तो अपन बिगनिंग एलीमेंट मिलेगा और बेटा रेयर तो अपने को लास्ट जो एलीमेंट होएगा क्यू का वो मिलेगा। क्लियर बेटा? सो फ्रंट की करेगा बिगनिंग एलीमेंट शो करेगा और रेयर जोड़ा होएगा जोड़ा क्यू के लास्ट एलीमेंट होएगा उन्होंने शो करेगा। क्लियर बेटा? यस सर। ठीक है। हुण बेटा सो क्यू फॉलोज द फर्स्ट इन फर्स्ट आउट स्ट्रक्चर। सो जो एलीमेंट बेटा पहला एंटर होएगा वही एलीमेंट होएगा जो पहला बाद जाएगा। सो डैट्स वाई फर्स्ट इन फर्स्ट आउट जी टैक्नीक है वो क्यू के यूज़ होंगी है। ऑलवेज कीप इन माइंड। बेटा एग्जाम्पल देखते हैं, हम मान लो मेरे को एलीमेंट्स है 95, 29 एज वेल एज 85। हम बेटा शाबाश दसो, अगर मान लो कि पहला एलीमेंट मैं 95 इंसर्ट करना है तो ध्यान देखो पहला बेटा 95 जाएगा। क्लियर बेटा? यस और नो? यस सर। उस तो बाद इंसर्शन देखो एक साइड तो हो रही है, उस तो बाद 29 जा रहा है और उस तो बाद मेरे को की जा रहा है 85 जा रहा है। तो देख सकते हो कि जी बेटा इंसर्शन हो रही है एट द रेयर साइड तो हो रही है। क्लियर बेटा? यस और नो? हम बेटा शाबाश दसो, अगर आप एलीमेंट्स रिमूव करने हैं तो केड़ा एलीमेंट पहला क्यू दे विचों बाहर जाएगा? शाबाश बेटा, केड़ा एलीमेंट बाहर जाएगा? 95। हाँ बेटा हुणे आप डिस्कस कर चुके हैं फर्स्ट इन फर्स्ट आउट। जो एलीमेंट बेटा पहला एंटर होया सी पहला वो क्यू दे विचों बाहर जाएगा। डैट मीनस पहला 95 बाहर जाएगा, उस तो किहड़ा एलीमेंट एंटर किया 29, फिर बेटा 29 बाहर जाएगा, उस तो लास्ट वेट 85 एंटर किया उस तो बाद 85 बाहर जाएगा। क्लियर बेटा? यस और नो? यस सर। बेटा समझ लगी किस तरीके इंसर्शन डिलीशन हो रही है? यस सर। ओके। सो ये ध्यान रखना है कि जी इंसर्शन और डिलीशन है दो डिफरेंट साइड तो होएगी, सेम साइड तो नहीं होएगी। अगर आप स्टैक की गल करिए तो वो एको साइड के उपर बेटा इंसर्शन डिलीशन होंगी सी। सो बेटा नैक्सट अपने को जी ऑपरेशंस है ऑन अ डी क्यू ये आप डिस्कस करांगे, ठीक है, और ये आप एल्गोरिथम भी डिस्कस करांगे। सो की कह रहा है
ਪਹਿਲੀ ਗੱਲ ਆਪਣਾ ਡੈਫੀਨੇਸ਼ਨ ਸਭ ਨੂੰ ਕਲੀਅਰ ਹੋ ਗਈ। ਡੈਫੀਨੇਸ਼ਨ ਵਿੱਚ ਕੋਈ ਡਾਊਟ? No, sir. ਓਕੇ, ਸੋ ਬੇਟਾ ਆਪਰੇਸ਼ਨ ਔਰ ਡੀ ਕਿਊ ਦੇ ਵਿੱਚ ਕੀ ਕਹਿ ਰਿਹਾ ਹੈ? ਅ ਕਿਊ ਇਜ਼ ਐਨ ਆਬਜੈਕਟ ਔਰ ਮੋਰ ਸਪੈਸ਼ਲੀ ਐਨ ਐਬਸਟਰੈਕਟ ਡਾਟਾ ਸਟਰਕਚਰ ਡੈਟ ਅਲਾਉ ਦਾ ਫੋਲੋਇੰਗ ਆਪਰੇਸ਼ਨ। ਦੈਟ ਮੀਨਸ ਕਿਊ ਦੇ ਵਿੱਚ ਜਿਹੜੇ ਆਪਰੇਸ਼ਨਸ ਹੋਣਗੇ ਉਹ ਆਪਣੇ ਕੋਲ ਕਿਹੜੇ ਜਿਹੜੇ ਆਪਰੇਸ਼ਨ ਦੇ ਨਾਮ ਹੋਣਗੇ? ਫਰਸਟ ਇਜ਼ ਅ ਐਨ ਕਿਊ, ਠੀਕ ਹੈ। ਦੈਟ ਮੀਨਸ ਫਰਸਟ ਕੀ ਹੋ ਗਿਆ ਆਪਣੇ ਕੋਲ? ਐਨ ਕਿਊ। ਇਹਦਾ ਮਤਲਬ ਕੀ ਹੋਏਗਾ? ਐਡ ਐਨ ਐਲੀਮੈਂਟ ਟੂ ਦ ਐਂਡ ਆਫ ਦ ਕਿਊ। ਆਲਵੇਜ਼ ਕੀਪ ਇਨ ਮਾਈਂਡ ਬੇਟਾ, ਜਿਹੜਾ ਵੀ ਐਲੀਮੈਂਟ ਐਡ ਕਰਾਂਗੇ ਹਮੇਸ਼ਾ ਕਿਊ ਦੇ ਐਂਡ ਦੇ ਵਿੱਚ ਸਟੋਰ ਹੋਏਗਾ। ਦੈਨ ਉਸ ਆਪਰੇਸ਼ਨ ਨੂੰ ਕੀ ਕਵਾਂਗੇ ਆਪਾਂ? ਐਨ ਕਿਊ ਕਵਾਂਗੇ। ਕਲੀਅਰ ਬੇਟਾ? ਯੈਸ ਔਰ ਨੋ? ਸੇਮ ਹੈ ਐਜ਼ ਦੈਟ ਆਫ ਇਨਸਰਸ਼ਨ। ਇਹ ਲਿੰਕ ਲਿਸਟ ਵਿੱਚ ਆਪਾਂ ਇਨਸਰਸ਼ਨ ਕਰਨੇ ਆ, ਸਟੈਕ ਦੇ ਵਿੱਚ ਆਪਾਂ ਪੁਸ਼ ਨਾਮ ਯੂਜ਼ ਕਰਦੇ ਆ। ਬੇਟਾ ਜਦੋਂ ਆਪਾਂ ਕਿਊ ਦੀ ਗੱਲ ਕਰਾਂਗੇ ਇਨਸਰਸ਼ਨ ਦੀ ਜਗ੍ਹਾ ਆਪਾਂ ਜਿਹੜਾ ਟਰਮ ਯੂਜ਼ ਕਰਾਂਗੇ ਆਪਰੇਸ਼ਨ ਦੀ, ਦੈਟ ਇਜ਼ ਨੋਨ ਐਜ਼ ਅ ਐਨ ਕਿਊ। ਦੈਟ ਮੀਨਸ ਆਪਾਂ ਨਵਾਂ ਐਲੀਮੈਂਟ ਐਂਡ ਵਿੱਚ ਕਿਊ ਦੇ ਕੀ ਕਰਾਂਗੇ? ਐਡ ਕਰਾਂਗੇ। ਬੇਟਾ ਨੈਕਸਟ ਆਪਣੇ ਕੋਲ ਕੀ ਹੈ? ਡੀ ਕਿਊ। ਇਹਦਾ ਮਤਲਬ ਕੀ ਹੋਏਗਾ? ਰਿਮੂਵ ਐਨ ਐਲੀਮੈਂਟ ਫਰੋਮ ਦ ਫਰੰਟ ਆਫ ਦ ਕਿਊ, ਠੀਕ ਹੈ। ਉਹਦੇ ਵਾਸਤੇ ਜਿਹੜਾ ਆਪਰੇਸ਼ਨ ਯੂਜ਼ ਕਰਾਂਗੇ ਦੈਟ ਇਜ਼ ਨੋਨ ਐਜ਼ ਅ ਡੀ ਕਿਊ। ਦੈਟ ਰਿਮੂਵ ਮੀਨਸ ਡਿਲੀਟ ਕਰਨਾ। ਸੋ ਜਿਹੜਾ ਬੇਟਾ ਫਰੰਟ ਦੇ ਉੱਪਰ ਐਲੀਮੈਂਟ ਕਿਊ ਦੇ ਵਿੱਚ ਪਿਆ ਹੋਏਗਾ ਉਹਨੂੰ ਬੇਟਾ ਅਗਰ ਆਪਾਂ ਰਿਮੂਵ ਕਰਨਾ ਹੈ, ਕਰ ਰਹੇ ਹਾਂ, ਤੇ ਦੈਨ ਉਸ ਆਪਰੇਸ਼ਨ ਨੂੰ ਕੀ ਕਵਾਂਗੇ ਆਪਾਂ? ਡੀ ਕਿਊ। ਕਲੀਅਰ ਬੇਟਾ? ਯੈਸ ਔਰ ਨੋ? ਬੇਟਾ ਨਾਮ ਯਾਦ ਰੱਖਣੇ ਹੈ। ਬੇਟਾ ਨੈਕਸਟ ਆਪਣੇ ਕੋਲ ਇਜ਼ ਐਮਪਟੀ। ਨਾਮ ਤੋਂ ਕਲੀਅਰ ਹੈ ਬੇਟਾ, ਇਹ ਆਪਰੇਸ਼ਨ ਆਪਾਂ ਉਦੋਂ ਯੂਜ਼ ਕਰਾਂਗੇ ਅਗਰ ਆਪਾਂ ਚੈੱਕ ਕਰਨਾ ਕਿ ਕਿਊ ਮੇਰੇ ਕੋਲ ਐਮਪਟੀ ਹੈ ਜਾਂ ਨਹੀਂ ਹੈ। ਉਸ ਕੇਸ ਵਿੱਚ ਬੇਟਾ ਜਿਹੜਾ ਆਪਾਂ ਆਪਰੇਸ਼ਨ ਯੂਜ਼ ਕਰਾਂਗੇ ਉਹਦਾ ਨਾਮ ਕੀ ਹੋਏਗਾ? ਇਜ਼ ਐਮਪਟੀ। ਇਹ ਆਪਰੇਸ਼ਨ ਦੀ ਮਦਦ ਦੇ ਨਾਲ ਆਪਾਂ ਚੈੱਕ ਕਰ ਸਕਦੇ ਹਾਂ ਕਿ ਕਿਊ ਮੇਰੇ ਕੋਲ ਖਾਲੀ ਹੈ ਜਾਂ ਨਹੀਂ ਹੈ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਨੈਕਸਟ ਬੇਟੇ ਕੋਲ ਮੇਰੇ ਕੋਲ ਇਹ ਇਜ਼ ਫੁੱਲ। ਫੁੱਲ ਦਾ ਮਤਲਬ ਹੈ ਕਿ ਬੇਟਾ ਇਸ ਆਪਰੇਸ਼ਨ ਆਪਾਂ ਚੈੱਕ ਕਰਾਂਗੇ ਕਿ ਕਿਊ ਮੇਰੇ ਕੋਲ ਫੁੱਲ ਹੈ। ਫੁੱਲ ਦਾ ਮਤਲਬ ਹੈ ਕਿ ਜਿੰਨੀ ਕਪੈਸਿਟੀ ਕਿਊ ਦੀ ਹੈ ਉਹਦੇ ਵਿੱਚ ਸਾਰੇ ਐਲੀਮੈਂਟ ਆਪਣੇ ਕੋਲ ਸਟੋਰ ਹੈ, ਤਾਂ ਦੈਨ ਉਹ ਚੈੱਕ ਕਰਨ ਵਾਸਤੇ ਆਪਾਂ ਜਿਹੜਾ ਆਪਰੇਸ਼ਨ ਯੂਜ਼ ਕਰਾਂਗੇ ਇਜ਼ ਫੁੱਲ। ਬੇਟਾ ਨਾਮ ਤੋਂ ਹੀ ਕਲੀਅਰ ਹੈ। ਇਜ਼ ਐਮਟੀ ਮੀਨਸ ਕਿਊ ਚੈੱਕ ਕਰਾਂਗੇ ਉਹ ਐਮਟੀ ਹੈ ਕਿ ਨਹੀਂ। ਇਜ਼ ਫਿਊਲ ਆਪਾਂ ਚੈੱਕ ਕਰਾਂਗੇ ਕਿਊ ਮੇਰੇ ਕੋਲ ਫੁੱਲ ਹੈ ਕਿ ਨਹੀਂ ਹੈ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਜਿਹੜਾ ਨੈਕਸਟ ਆਪਰੇਸ਼ਨ ਹੈ ਮੇਰੇ ਕੋਲ ਕੀ ਹੈ? ਪੀਕ। ਪੀਕ ਕੀ ਕਹਿ ਰਿਹਾ ਹੈ? ਗੈਟ ਦਾ ਵੈਲਿਊ ਆਫ ਦਾ ਫਰੰਟ ਆਫ ਦਾ ਕਿਊ ਵਿਦਆਊਟ ਰਿਮੂਵਿੰਗ ਇਟ, ਠੀਕ ਹੈ। ਇਹਦੇ ਵਿੱਚ ਬੇਟਾ ਆਪਾਂ ਐਲੀਮੈਂਟ ਰਿਮੂਵ ਨਹੀਂ ਕਰਨਾ। ਇਹਦੇ ਵਿੱਚ ਕੀ ਆਪਾਂ ਚੈੱਕ ਕਰਾਂਗੇ ਫਰੰਟ ਦੇ ਉੱਪਰ ਕਿਹੜਾ ਐਲੀਮੈਂਟ ਆਪਣੇ ਕੋਲ ਪਿਆ ਹੋਇਆ ਹੈ, ਉਹਦੇ ਵਾਸਤੇ ਜਿਹੜਾ ਆਪਰੇਸ਼ਨ ਆਪਾਂ ਯੂਜ਼ ਕਰਾਂਗੇ ਦੈਟ ਇਜ਼ ਨੋਨ ਐਜ਼ ਅ ਪੀਕ। ਕਲੀਅਰ ਬੇਟਾ? ਇਹਦੇ ਵਿੱਚ ਆਪਾਂ ਕੋਈ ਡਿਲੀਟ ਨਹੀਂ ਕਰਨਾ, ਕੋਈ ਨਵਾਂ ਐਲੀਮੈਂਟ ਆਪਾਂ ਇਨਸਰਟ ਨਹੀਂ ਕਰਨਾ। ਬੇਟਾ ਇਸ ਆਪਰੇਸ਼ਨ ਦੇ ਨਾਲ ਆਪਾਂ ਚੈੱਕ ਕਰਾਂਗੇ ਫਰੰਟ ਦੇ ਉੱਪਰ ਬੇਟਾ ਕਿਹੜਾ ਐਲੀਮੈਂਟ ਪਿਆ ਹੋਇਆ ਔਰ ਉਹਦੀ ਕੀ ਵੈਲਿਊ ਹੈ। ਡਿਲੀਟ ਕਰਨ ਤੋਂ ਇਲਾਵਾ ਉਸ ਆਪਰੇਸ਼ਨ ਨੂੰ ਕੀ ਕਵਾਂਗੇ ਆਪਾਂ? ਪੀਕ ਕਵਾਂਗੇ। ਕਲੀਅਰ ਬੇਟਾ? ਯੈਸ ਔਰ ਨੋ? ਸੋ ਥੀਸ ਆਰ ਦਾ ਬੇਸਿਕ ਆਪਰੇਸ਼ਨਸ ਹੈ ਬੇਟਾ ਜਿਹੜੇ ਕਿਊ ਦੇ ਉੱਪਰ ਅਪਲਾਈ ਹੁੰਦੇ ਆ। ਆਲਵੇਜ਼ ਕੀਪ ਇਨ ਮਾਈਂਡ, ਵਨ ਇਜ਼ ਅ ਐਨ ਕਿਊ, ਯੂ ਕੈਨ ਸੇ ਇਨਸਰਸ਼ਨ। ਡੀ ਕਿਊ ਡੈਟ ਮੀਨਸ ਅ ਡਿਲੀਸ਼ਨ। ਇਜ਼ ਐਮਟੀ ਮੀਨ ਚੈੱਕ ਕਰੇਗਾ ਕਿ ਮੇਰੇ ਕੋਲ ਡਾਟਾ ਜਿਹੜਾ ਕਿਊ ਹੈ ਉਹ ਐਮਟੀ ਹੈ। ਦੈਨ ਆਪਾਂ ਇਜ਼ ਫੁੱਲ ਚੈੱਕ ਕਰੇਗਾ ਕਿ ਕਿਊ ਮੇਰੇ ਕੋਲ ਫੁੱਲ ਹੈ ਜਾਂ ਨਹੀਂ ਹੈ। ਔਰ ਪੀਕ ਜਿਹੜਾ ਆਪਰੇਸ਼ਨ ਹੋਏਗਾ ਜਿਹੜੇ ਫਰੰਟ ਦੇ ਉੱਪਰ ਆਪਣੇ ਕੋਲ ਡਾਟਾ ਪਿਆ ਹੋਏਗਾ ਬੇਟਾ ਉਹਦੀ ਵੈਲਿਊ ਅਸੈਸ ਕਰਾਂਗੇ ਵਿਦਆਊਟ ਰਿਮੂਵਿੰਗ। ਡਿਲੀਟ ਨਹੀਂ ਕਰਨਾ, ਜਸਟ ਉਹਦੀ ਵੈਲਿਊ ਅਸੈਸ ਕਰਨੀ ਹੈ। ਉਹਦੇ ਵਾਸਤੇ ਜਿਹੜਾ ਆਪਾਂ ਆਪਰੇਸ਼ਨ ਯੂਜ਼ ਕਰਾਂਗੇ ਦੈਟ ਇਜ਼ ਨੋਨ ਐਜ਼ ਅ ਪੀਕ। ਕਲੀਅਰ ਬੇਟਾ? ਬੇਟਾ ਕਲੀਅਰ ਸਾਰਿਆਂ ਨੂੰ? ਠੀਕ ਹੈ ਬੇਟਾ, ਜਦੋਂ ਵੀ ਆਪਰੇਸ਼ਨ ਪੁੱਛੇ ਜਾਣਗੇ ਤਾਂ ਇਸ ਤਰੀਕੇ ਨਾਲ ਨਾਮ ਦੇਣੇ ਆ। ਇਨਸਰਸ਼ਨ ਡਿਲੀਸ਼ਨ ਨਾਮ ਨਹੀਂ ਦੇਣਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਇਨਸਰਸ਼ਨ ਡਿਲੀਸ਼ਨ ਦਾ ਨਾਮ ਯੂਜ਼ ਕਰਦੇ ਉੱਥੇ ਲਿੰਕ ਲਿਸਟ ਦੀ ਗੱਲ ਹੋਏਗੀ। ਜਦੋਂ ਬੇਟਾ ਪੁਸ਼ ਔਰ ਪੌਪ ਦੀ ਗੱਲ ਕਰਾਂਗੇ ਡੈਟ ਮੀਨਸ ਟੈਗ ਦੀ ਗੱਲ ਹੋਏਗੀ। ਜਦੋਂ ਬੇਟਾ ਇਹ ਆਪਰੇਸ਼ਨ ਦੀ ਗੱਲ ਕਰਾਂਗੇ ਡੈਟ ਮੀਨਸ ਉੱਥੇ ਆਪਾਂ ਕਿਊ ਦੀ ਗੱਲ ਕਰਾਂਗੇ। ਕਲੀਅਰ ਬੇਟਾ? ਯੈਸ ਔਰ ਨੋ? ਨੈਕਸਟ ਬੇਟਾ ਹੈ ਰਿਪਰੈਜ਼ੈਂਟੇਸ਼ਨ ਆਫ ਕਿਊ ਯੂਜ਼ਿੰਗ ਐਰੇ। ਬੇਟਾ ਕਿਊ ਨੂੰ ਆਪਾਂ ਰਿਪਰੈਜ਼ੈਂਟ ਕਰਨਾ ਹੈ ਵਿਦ ਦ ਹੈਲਪ ਆਫ ਅ ਐਰੇ। ਮੈਮਰੀ ਵਿੱਚ ਕਿੱਦਾਂ ਮੈਨੇਜ ਹੁੰਦੀ ਹੈ ਬੇਟਾ ਆਪਾਂ ਐਰੇ ਨਾਲ ਵੀ ਡਿਸਕਸ ਕਰਾਂਗੇ, ਐਲਗੋਰਿਥਮ ਐਜ਼ ਵੈਲ ਐਜ਼ ਅ ਲਿੰਕ ਲਿਸਟ ਨਾਲ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਕਿਸੇ ਵੀ ਡਾਟਾ ਸਟਰਕਚਰ ਨੂੰ ਆਪਾਂ ਦੋ ਤਰੀਕੇ ਨਾਲ ਬੇਟਾ ਰਿਪਰੈਜ਼ੈਂਟ ਕਰ ਸਕਦੇ ਹਾਂ। ਵਨ ਇਜ਼ ਅ ਐਰੇ ਐਂਡ ਸੈਕਿੰਡ ਇਜ਼ ਅ ਲਿੰਕ ਲਿਸਟ। ਸੋ ਡੈਟਸ ਵਾਈ ਪਹਿਲਾਂ ਆਪਾਂ ਸਟੈਕ ਵੀ ਕਰ ਚੁੱਕੇ ਹਾਂ, ਐਰੇ ਨਾਲ ਵੀ ਰਿਪਰੈਜ਼ੈਂਟ ਕਰ ਚੁੱਕੇ ਹਾਂ, ਦੇਖ ਲਿਆ ਹੈ, ਔਰ ਐਜ਼ ਵੈਲ ਐਜ਼ ਅ ਲਿੰਕ ਲਿਸਟ ਨਾਲ ਵੀ। ਸਿਮਿਲਰਲੀ ਕਿਊ ਨੂੰ ਵੀ ਉਸੇ ਤਰੀਕੇ ਨਾਲ ਆਪਾਂ ਰਿਪਰੈਜ਼ੈਂਟ ਕਰਾਂਗੇ। ਪਹਿਲਾਂ ਆਪਾਂ ਡਿਸਕਸ ਕਰਾਂਗੇ ਰਿਪਰੈਜ਼ੈਂਟੇਸ਼ਨ ਆਫ ਕਿਊ ਯੂਜ਼ਿੰਗ ਅ ਐਰੇ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਬੇਟਾ ਇਹਦੇ ਵਿੱਚ ਮੈਨੂੰ ਜਿਹੜਾ ਲੀਨੀਅਰ ਐਰੇ ਚਾਹੀਦਾ ਹੈ ਉਹਦਾ ਆਪਾਂ ਨਾਮ ਰੱਖਾਂਗੇ ਕਿਊ, ਬਿਕੋਜ਼ ਆਪਾਂ ਮਲਟੀਪਲ ਵੈਲਿਊ ਸਟੋਰ ਕਰਨੀਆਂ ਹੈ ਤੇ ਦੈਨ ਆਪਾਂ ਨੂੰ ਉੱਥੇ ਐਰੇ ਚਾਹੀਦਾ ਹੈ, ਤਾਂ ਦੈਨ ਉਹਦੇ ਆਪਾਂ ਨਾਮ ਕੀ ਰੱਖ ਲਿਆ? ਕਿਊ। ਦੈਟ ਇਜ਼ ਨੋਨ ਐਜ਼ ਅ ਲੀਨੀਅਰ ਐਰੇ। ਦੈਨ ਮੇਰੇ ਕੋਲ ਬੇਟਾ 2 ਪੁਆਇੰਟਰ ਵੇਰੀਏਬਲਸ ਹੋਣਗੇ। ਸ਼ਾਬਾਸ਼ ਦੱਸੋ 2 ਪੁਆਇੰਟਰ ਵੇਰੀਏਬਲਸ ਬੇਟਾ ਕਿਹੜੇ ਹੋਣਗੇ? ਸ਼ਾਬਾਸ਼ ਸ਼ਾਬਾਸ਼ ਬੇਟਾ, ਸ਼ਾਬਾਸ਼ ਦੱਸੋ। ਓਕੇ ਬੇਟਾ ਧਿਆਨ ਨਾਲ ਦੇਖੋ ਗ੍ਰਾਫਿਕਲ ਵਿਊ ਦੇ ਵਿੱਚ ਬੇਟਾ ਆਲਵੇਜ਼ ਕੀਪ ਇਨ ਮਾਈਂਡ ਜਿਹੜਾ ਆਪਣੇ ਕੋਲ ਬੇਟਾ ਫਰੰਟ ਹੋਏਗਾ ਦੈਟ ਇਜ਼ ਨੋਨ ਐਜ਼ ਅ ਪੁਆਇੰਟਰ ਵੇਰੀਏਬਲ। ਔਰ ਬੇਟਾ ਪੁਆਇੰਟਰ ਵੇਰੀਏਬਲ ਦਾ ਕੀ ਰੋਲ ਹੁੰਦਾ ਹੈ? ਸ਼ਾਬਾਸ਼, ਵਟ ਇਜ਼ ਦ ਰੋਲ ਆਫ ਪੁਆਇੰਟਰ ਵੇਰੀਏਬਲ?
Sir, address. ਵੈਰੀ ਗੁੱਡ। ਸੋ ਇਹ ਮੇਰੇ ਕੋਲ ਦੋਨੇ ਮੇਰੇ ਕੋਲ ਕੀ ਆ ਪੁਆਇੰਟਰ ਵੇਰੀਏਬਲ ਹੋਣਗੇ ਬੇਟਾ। ਇਹ ਕੀ ਕਰਨਗੇ ਸਿਰਫ ਤੇ ਸਿਰਫ ਐਡਰੈਸ ਸਟੋਰ ਕਰਨਗੇ। ਜਿਹੜਾ ਬੇਟਾ ਫਰੰਟ ਪੁਆਇੰਟਰ ਵੇਰੀਏਬਲ ਹੋਏਗਾ ਇਹ ਜਿਹੜਾ ਕਿਊ ਦੇ ਵਿੱਚ ਪਹਿਲਾ ਐਲੀਮੈਂਟ ਹੋਏਗਾ ਉਹਦਾ ਐਡਰੈਸ ਸਟੋਰ ਕਰੇਗਾ। ਔਰ ਬੇਟਾ ਜਿਹੜਾ ਰੇਅਰ ਹੋਏਗਾ ਇਹ ਕੀ ਸਟੋਰ ਕਰੇਗਾ, ਜਿਹੜਾ ਲਾਸਟ ਐਲੀਮੈਂਟ ਕਿਊ ਦੇ ਵਿੱਚ ਹੋਏਗਾ ਉਹਦਾ ਜਿਹੜਾ ਐਡਰੈਸ ਹੈ ਆਪਾਂ ਰੇਅਰ ਪੁਆਇੰਟਰ ਵੇਰੀਏਬਲ ਵਿੱਚ ਸਟੋਰ ਕਰਾਂਗੇ। ਕਲੀਅਰ ਬੇਟਾ? ਯੈਸ Yes, ਔਰ ਨੋ? sir. ਠੀਕ ਹੈ। ਸੋ ਆਪਾਂ ਇਹ ਵੀ ਡਿਸਕਸ ਕਰਾਂਗੇ। ਸੋ ਡੈਟਸ ਵਾਈ ਆਪਾਂ ਨੂੰ ਦੋ ਪੁਆਇੰਟਰ ਵੇਰੀਏਬਲ ਚਾਹੀਦੇ ਆ, ਵਨ ਇਜ਼ ਦਾ ਫਰੰਟ ਐਂਡ ਸੈਕੰਡ ਇਜ਼ ਦਾ ਰੀਅਰ। ਸੋ ਡੈਟਸ ਵਾਈ ਲਿਖਿਆ ਹੋਇਆ ਹੈ ਫਰੰਟ ਕੰਟੇਨ ਦਾ ਲੋਕੇਸ਼ਨ ਆਫ ਦਾ ਫਰੰਟ ਐਲੀਮੈਂਟ ਇਨ ਦਾ ਕਿਊ ਔਰ ਯੂ ਕੈਨ ਸੇ ਆਫ ਦਾ ਕਿਊ, ਔਰ ਰੀਅਰ ਕੰਟੇਨ ਦਾ ਲੋਕੇਸ਼ਨ ਆਫ ਦਾ ਰੀਅਰ ਐਲੀਮੈਂਟ ਆਫ ਦਾ ਕਿਊ। ਕਲੀਅਰ ਬੇਟਾ? ਬੇਟਾ ਯੈਸ ਔਰ ਨੋ? Sir. ਜਿੱਦਾਂ ਟੌਪ ਦੇ ਵਿੱਚ ਆਪਣੇ ਕੋਲ ਜਿਹੜਾ ਸਟੈਕ ਦੀ ਗੱਲ ਕਰੀਏ, ਟੌਪ ਦੇ ਵਿੱਚ ਆਪਣੇ ਕੋਲ ਜਿਹੜਾ ਲਾਸਟ ਐਲੀਮੈਂਟ ਐਂਟਰ ਕਰਦੇ ਉਹਦਾ ਐਡਰੈਸ ਹੁੰਦਾ ਸੀਗਾ, ਸਿਰਫ ਇੱਕੋ ਐਡਰੈਸ ਸਟੋਰ ਹੁੰਦਾ ਸੀਗਾ। ਬਟ ਇਨ ਕੇਸ ਆਫ ਅ ਕਿਊ ਬੇਟਾ ਇਹਦੇ ਵਿੱਚ ਦੋ ਐਡਰੈਸ ਯੂਜ਼ ਹੋਣਗੇ, ਇੱਕ ਫਰਸਟ ਐਲੀਮੈਂਟ ਦਾ ਐਡਰੈਸ ਔਰ ਇੱਕ ਲਾਸਟ ਐਲੀਮੈਂਟ ਦਾ ਐਡਰੈਸ। ਫਰਸਟ ਐਲੀਮੈਂਟ ਦਾ ਐਡਰੈਸ ਪੁਆਇੰਟਰ ਵੇਰੀਏਬਲ ਫਰੰਟ ਵਿੱਚ ਹੋਏਗਾ ਔਰ ਲਾਸਟ ਐਲੀਮੈਂਟ ਦਾ ਐਡਰੈਸ ਪੁਆਇੰਟਰ ਵੇਰੀਏਬਲ ਰੀਅਰ ਦੇ ਵਿੱਚ ਹੋਏਗਾ। ਕਲੀਅਰ ਬੇਟਾ? ਯੈਸ ਔਰ ਨੋ? ਬੇਟਾ ਕਲੀਅਰ ਸਾਰਿਆਂ ਨੂੰ? ਸੋ ਇੱਕ ਬੇਟਾ ਕੰਡੀਸ਼ਨ ਹੋਏਗੀ ਜਿੱਦਾਂ ਆਪਾਂ ਸਟੈਕ ਡਿਸਕਸ ਕੀਤਾ ਸੀਗਾ, ਅਗਰ ਕਹਿੰਦਾ ਕਿ ਫਰੰਟ ਦੀ ਵੈਲਿਊ ਬੇਟਾ ਨਲ ਹੋਏਗੀ ਜਾਂ ਆਪਣੇ ਕੋਲ ਫਰੰਟ ਦੀ ਵੈਲਿਊ 0 ਹੋਏਗੀ, ਉਹਦਾ ਮਤਲਬ ਕੀ ਹੋਏਗਾ ਜਿਹੜੀ ਮੇਰੇ ਕੋਲ ਕਿਊ ਹੈ ਉਹ ਐਮਪਟੀ ਹੈ। ਆਲਵੇਜ਼ ਕੀਪ ਇਨ ਮਾਈਂਡ ਬੇਟਾ, ਇਦਾਂ ਕੁਐਸਚਨ ਪੇਪਰ ਵਿੱਚ ਆਇਆ ਹੋਇਆ ਹੈ। ਠੀਕ ਹੈ ਕਿ ਅਗਰ ਫਰੰਟ ਦੀ ਵੈਲਿਊ ਨਲ ਹੈ ਤੇ ਉਹਦਾ ਕੀ ਮਤਲਬ ਹੈ, ਇਹ ਆਪਣੇ ਕੋਲ ਪੇਪਰ ਵਿੱਚ ਕੁਐਸਚਨ ਬੇਟਾ ਆਇਆ ਹੋਇਆ ਹੈ। ਸੋ ਆਲਵੇਜ਼ ਕੀਪ ਇਨ ਮਾਈਂਡ ਬੇਟਾ ਜਦੋਂ ਫਰੰਟ ਦੀ ਵੈਲਿਊ ਨਲ ਹੋਏਗੀ, ਆਈ ਰਿਪੀਟ ਅਗੇਨ ਓਨਲੀ ਫਰੰਟ, ਅਗਰ ਫਰੰਟ ਦੀ ਵੈਲਿਊ ਬੇਟਾ ਨਲ ਹੋਏਗੀ ਉਹਦਾ ਮਤਲਬ ਹੋਏਗਾ ਕਿ ਕਿਊ ਮੇਰੇ ਐਮਪਟੀ ਹੈ, ਕਿਊ ਦੇ ਵਿੱਚ ਕੋਈ ਵੀ ਐਲੀਮੈਂਟ ਅਵੇਲੇਬਲ ਨਹੀਂ ਹੈ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਸਿਮਿਲਰਲੀ ਬੇਟਾ ਅਗਰ ਆਪਾਂ ਸਟੈਕ ਦੀ ਗੱਲ ਕਰੀਏ ਉਹਦੇ ਵਿੱਚ ਆਪਾਂ ਯੂਜ਼ ਕਰਦੇ ਸੀ ਟੌਪ ਪੁਆਇੰਟਰ ਵੇਰੀਏਬਲ। ਡੈਟ ਮੀਨਸ ਅਗਰ ਆਪਾਂ ਬੇਟਾ ਟੌਪ ਇਜ਼ ਇਕੁਅਲ ਟੂ ਨਲ ਲਿਖਿਆ ਹੋਇਆ ਇਹਦਾ ਕੀ ਮਤਲਬ ਹੋਏਗਾ? ਸ਼ਾਬਾਸ਼। Yes, sir. Salary value. ਟੌਪ ਇਜ਼ ਇਕੁਅਲ ਟੂ ਨਲ ਲਿਖਿਆ ਹੋਇਆ ਬੇਟਾ ਇਹਦਾ ਕੀ ਮਤਲਬ ਹੋਏਗਾ ਅਗਰ ਆਪਾਂ ਸਟੈਕ ਦੀ ਗੱਲ ਕਰੀਏ ਬੇਟਾ? ਇਹਦਾ ਮਤਲਬ ਹੋਏਗਾ ਕਿ ਸਟੈਕ ਮੇਰੇ ਕੋਲ ਟੋਟਲੀ ਕੀ ਹੈ, ਖਾਲੀ ਹੈ, ਸਟੈਕ ਦੇ ਵਿੱਚ ਕੋਈ ਵੀ ਐਲੀਮੈਂਟ ਅਵੇਲੇਬਲ ਨਹੀਂ ਹੈ। ਕਲੀਅਰ ਬੇਟਾ? Yes, sir. ਠੀਕ ਹੈ। ਸੋ ਟੌਪ ਹੋ ਗਿਆ। ਅਗਰ ਆਪਾਂ ਬੇਟਾ ਲਿੰਕ ਲਿਸਟ ਦੀ ਗੱਲ ਕਰੀਏ ਉੱਥੇ ਅਗਰ ਆਪਾਂ ਸਟਾਰਟ ਪੁਆਇੰਟਰ ਵੇਰੀਏਬਲ ਯੂਜ਼ ਕਰਦੇ ਸੀਗੇ, ਅਗਰ ਬੇਟਾ ਆਪਾਂ ਸਟਾਰਟ ਇਜ਼ ਇਕੁਅਲ ਟੂ ਨਲ ਲਿਖੂੰਗਾ ਬੇਟਾ ਇਹਦਾ ਕੀ ਮਤਲਬ ਹੋਏਗਾ? ਸਟਾਰਟ ਇਜ਼ ਇਕੁਅਲ ਟੂ ਨਲ। ਸ਼ਾਬਾਸ਼ ਬੇਟਾ, ਇਹਦਾ ਕੀ ਮਤਲਬ ਹੋਏਗਾ? ਬੇਟਾ ਦੱਸੋ ਸ਼ਾਬਾਸ਼। ਸਟਾਰਟ ਦੇ ਵਿੱਚ ਬੇਟਾ ਆਪਾਂ ਲਿੰਕ ਲਿਸਟ ਵਿੱਚ ਆਪਾਂ ਸਟਾਰਟ ਪੁਆਇੰਟਰ ਵੇਰੀਏਬਲ ਯੂਜ਼ ਕਰਦੇ ਸੀਗੇ। ਆਪਾਂ ਨੂੰ ਪਤਾ ਸੀਗਾ ਸਟਾਰਟ ਪੁਆਇੰਟਰ ਵਿੱਚ ਪਹਿਲੀ ਨੋਡ ਜਿਹੜਾ ਹੁੰਦੀ ਸੀ ਜਾਂ ਪਹਿਲਾ ਐਲੀਮੈਂਟ ਉਹਦਾ ਐਡਰੈਸ ਸਟੋਰ ਹੁੰਦਾ ਸੀਗਾ। ਬੇਟਾ ਜਦੋਂ ਸਟਾਰਟ ਦੀ ਵੈਲਿਊ ਨਲ ਹੋਏਗੀ ਉਹਦਾ ਮਤਲਬ ਕੀ ਹੋਏਗਾ? ਮੇਰੇ ਕੋਲ ਲਿੰਕ ਲਿਸਟ ਖਾਲੀ ਹੈ, ਇਹਦੇ ਵਿੱਚ ਕੋਈ ਵੀ ਐਲੀਮੈਂਟ ਅਵੇਲੇਬਲ ਨਹੀਂ ਹੈ। ਕਲੀਅਰ ਬੇਟਾ? Yes, sir. ਠੀਕ ਹੈ। ਸੋ ਡੈਟਸ ਵਾਈ ਅਗਰ ਆਪਾਂ ਕਿਊ ਦੀ ਗੱਲ ਕਰੀਏ, ਅਗਰ ਫਰੰਟ ਦੀ ਵੈਲਿਊ ਨਲ ਹੋਏਗੀ ਉਹਦਾ ਮਤਲਬ ਕੀ ਹੋਏਗਾ? ਮੇਰੇ ਕੋਲ ਜਿਹੜੀ ਕਿਊ ਹੈ ਉਹ ਟੋਟਲੀ ਕੀ ਹੈ? ਐਮਪਟੀ ਹੈ, ਇਹਦੇ ਵਿੱਚ ਕੋਈ ਵੀ ਐਲੀਮੈਂਟ ਅਵੇਲੇਬਲ ਨਹੀਂ ਹੈ। ਕਲੀਅਰ ਬੇਟਾ? Yes, sir. ਓਕੇ। ਸੋ ਲੈਟਸ ਸੀ ਆਪਾਂ ਹੁਣ ਗ੍ਰਾਫਿਕਲੀ ਕਰਕੇ ਦੇਖਦੇ ਹਾਂ ਜਿਹੜੀ ਆਪਾਂ ਪਿੱਛੇ ਹੁਣੇ ਸਟਾਰਟ ਕੀਤਾ ਹੈ, ਦੈਟ ਇਜ਼ ਅ ਰਿਪਰੈਜ਼ੈਂਟੇਸ਼ਨ ਆਫ ਕਿਊ ਯੂਜ਼ਿੰਗ ਅ ਐਰੇ। ਨਾਓ ਤੁਸੀਂ ਫਿਗਰ ਦੇ ਵਿੱਚ ਦੇਖ ਸਕਦੇ ਹੋ ਕਿ ਮੇਰੇ ਕੋਲ ਜਿਹੜਾ ਐਰੇ ਦਾ ਨੇਮ ਕੀ ਹੈ? ਮੇਰੇ ਕੋਲ ਕਿਊ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਠੀਕ ਹੈ। ਫਰੰਟ ਐਂਡ ਥੀਸ ਆਰ ਦਾ ਪੁਆਇੰਟਰ ਵੇਰੀਏਬਲ, ਇਹਦੇ ਵਿੱਚ ਬੇਟਾ ਐਡਰੈਸ ਸਟੋਰ ਹੋਏਗਾ ਔਰ ਜਿਹੜਾ 1 2 3 ਦੇਖ ਰਹੇ ਹੋ ਥੀਸ ਆਰ ਦਾ ਇੰਡੈਕਸਿਸ। ਇਹਨੂੰ ਆਪਾਂ ਕਿੱਦਾਂ ਰੀਡ ਕਰਾਂਗੇ? Q1 Q2 Q3 Q4 Q5 Q6 Q7 ਐਂਡ ਸੋ ਔਨ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਠੀਕ ਹੈ। ਸੋ ਬੇਟਾ ਧਿਆਨ ਦੇ ਨਾਲ ਦੇਖੋ, ਆਬਜ਼ਰਵ ਵੈਨ ਐਵਰ ਐਲੀਮੈਂਟ ਇਜ਼ ਡਿਲੀਟਿਡ ਫਰੋਮ ਦਾ ਕਿਊ the value of front is increased by 1. This can be implemented by assignment front is equal to front plus 1. बेटा कोई दस सकता है की मतलब है? शाबाश बेटा, शाबाश। हरी अप। ये स्टेटमेंट बेटा की मतलब होएगा? ओके बेटा ध्यान नाल देखो, ਹੁਣ ਯੂ ਟੈਲ ਮੀ ਕਿ ਇਸ ਕਿਊ ਦੇ ਵਿੱਚ ਬੇਟਾ 3 ਐਲੀਮੈਂਟ ਸਟੋਰ ਹੈ। ਸ਼ਾਬਾਸ਼। ਯੂ ਟੈਲ ਮੀ ਵਟ ਇਜ਼ ਦਾ ਵੈਲਿਊ ਆਫ ਫਰੰਟ ਐਂਡ ਵਟ ਵਿਲ ਬੀ ਦਾ ਵੈਲਿਊ ਆਫ ਰੇਅਰ। ਸ਼ਾਬਾਸ਼ ਬੇਟਾ। ਫਰੰਟ ਦੀ ਵੈਲਿਊ ਕੀ ਹੋਏਗੀ ਔਰ ਰੇਅਰ ਦੀ ਵੈਲਿਊ ਕੀ ਹੋਏਗੀ? Front ਦੀ value 10. ਨੋ ਬੇਟਾ, ਹੁਣੇ ਕੀ ਡਿਸਕਸ ਕੀਤਾ ਸੀਗਾ? ਫਰੰਟ ਐ ਰੇਅਰ ਆਲਵੇਜ਼ ਕੰਟੇਨ ਦਾ ਐਡਰੈਸ, ਇਟ ਵਿਲ ਨਾਟ ਕੰਟੇਨ ਦਾ ਐਕਚੁਅਲ ਵੈਲਿਊ। ਸੋ ਫॉर एग्जांपल 1 2 3 ਥੀਸ ਆਰ ਦਾ ਐਡਰੈਸਿਸ। ਸੋ ਬੇਟਾ ਐਡਰੈਸ ਸਟੋਰ ਹੋਏਗਾ। ਕਲੀਅਰ? ਹੁਣ ਦੱਸੋ ਫਰੰਟ ਦੀ ਵੈਲਿਊ ਕੀ ਹੋਏਗੀ? ਸ਼ਾਬਾਸ਼। Rear ਤੇ 3. ਫਰੰਟ ਦੀ ਵੈਲਿਊ ਕਿੰਨੀ ਹੋਏਗੀ?
1 ਵੈਰੀ ਗੁੱਡ, ਦੈਟ ਮੀਨ ਫਰੰਟ ਦੀ ਵੈਲਿਊ ਕਿੰਨੀ ਹੋਏਗੀ ਮੇਰੇ ਕੋਲ 1, ਔਰ ਬੇਟਾ ਰੀਅਰ ਦੀ ਵੈਲਿਊ ਕਿੰਨੀ ਹੋਏਗੀ? 3 ਵੈਰੀ ਗੁੱਡ, ਰੀਅਰ ਦੀ ਵੈਲਿਊ ਕਿੰਨੀ ਹੋਏਗੀ? 3। ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ, ਫਰੰਟ ਦੇ ਵਿੱਚ ਐਡਰੈਸ ਹੋਏਗਾ ਪਹਿਲੇ ਐਲੀਮੈਂਟ ਦਾ, ਔਰ ਰੀਅਰ ਦੇ ਵਿੱਚ ਐਲੀਮੈਂਟ ਐਡਰੈਸ ਹੋਏਗਾ ਲਾਸਟ ਐਲੀਮੈਂਟ ਦਾ। ਕਲੀਅਰ ਬੇਟਾ? yes sir ਹੁਣ ਬੇਟਾ ਹੁਣ ਕੀ ਦੇਖੋ ਧਿਆਨ ਨਾਲ ਕੀ ਕਹਿ ਰਿਹਾ ਹੈ, ਵੈਦ ਐਵਰ ਇਜ਼ ਐਲੀਮੈਂਟ ਇਜ਼ ਡਿਲੀਟਡ ਫਰੋਮ ਦਾ ਕਿਊ। ਕਹਿੰਦਾ ਕਿ ਜਦੋਂ ਐਲੀਮੈਂਟ ਆਪਣੇ ਕੋਲ ਕਿਊ ਦੇ ਵਿੱਚੋਂ ਡਿਲੀਟ ਹੋਏਗਾ ਡੇਟਾ ਬੇਟਾ ਉਸ ਕੇਸ ਵਿੱਚ ਕੀ ਹੋਏਗਾ, ਦਾ ਵੈਲਿਊ ਆਫ ਫਰੰਟ ਇਜ਼ ਇਨਕਰੀਜ਼ਡ ਬਾਈ 1। ਕਹਿੰਦਾ ਕਿ ਜਿਹੜੀ ਫਰੰਟ ਦੀ ਵੈਲਿਊ ਹੈ ਉਹਨੂੰ ਆਪਾਂ ਇਨਕਰੀਜ਼ ਕਰਾਂਗੇ ਬਾਈ 1। ਦੈਟ ਮੀਨਸ ਉਹਦੇ ਵਿੱਚ ਜੋ ਪ੍ਰੀਵੀਅਸ ਵੈਲਿਊ ਹੋਏਗੀ ਉਹਦੇ ਵਿੱਚ ਬੇਟਾ ਆਪਾਂ 1 ਐਡ ਕਰ ਦਾਂਗੇ। ਉਹਦੇ ਵਾਸਤੇ ਬੇਟਾ ਆਪਾਂ ਸਟੇਟਮੈਂਟ ਕੀ ਯੂਜ਼ ਕਰਾਂਗੇ, ਫਰੰਟ ਇਜ਼ ਇਕੁਅਲ ਟੂ ਫਰੰਟ ਪਲੱਸ 1। ਫॉर एग्जांपल ਦੇਖੋ ਮੰਨ ਲਓ ਕਿ ਆਪਾਂ ਨੂੰ ਪਤਾ ਹੈ, ਹੁਣ ਸ਼ਾਬਾ ਯੂ ਟੈਲ ਮੀ ਕਿ ਅਗਰ ਇਹਦੇ ਵਿੱਚੋਂ ਐਲੀਮੈਂਟ ਆਪਾਂ ਡਿਲੀਟ ਕਰਨਾ ਹੈ ਤੇ ਬੇਟਾ ਕਿਹੜਾ ਐਲੀਮੈਂਟ ਪਹਿਲਾਂ ਡਿਲੀਟ ਹੋਏਗਾ? ਸ਼ਾਬਾਸ਼ ਬੇਟਾ, ਕਿਹੜਾ ਐਲੀਮੈਂਟ ਪਹਿਲਾਂ ਡਿਲੀਟ ਹੋਏਗਾ? sir 10 ਵੈਰੀ ਗੁੱਡ, ਆਪਾਂ ਨੂੰ ਪਤਾ ਹੈ ਕਿ 10 ਜਿਹੜਾ ਐਲੀਮੈਂਟ ਸੀ ਪਹਿਲਾਂ ਐਂਟਰ ਕੀਤਾ ਸੀਗਾ, ਡੈਟ ਮੀਨ ਜਿਹੜਾ 10 ਹੈ ਬੇਟਾ ਉਹ ਪਹਿਲਾਂ ਕੀ ਹੋ ਜਾਏਗਾ, ਡਿਲੀਟ ਹੋ ਜਾਏਗਾ। ਕਲੀਅਰ ਬੇਟਾ? yes sir ਹੁਣ ਦੇਖੋ ਆਪਣੇ ਕੋਲ ਫਰੰਟ 1 ਤੇ 10 ਪਿਆ ਸੀਗਾ ਬੇਟਾ, ਜਦੋਂ ਇਹ ਡਿਲੀਟ ਹੋ ਗਿਆ ਤੇ ਆਟੋਮੈਟਿਕਲੀ ਜਿਹੜਾ ਫਰੰਟ ਹੈ ਉਹਦੇ ਵਿੱਚ ਨੈਕਸਟ ਐਲੀਮੈਂਟ ਦਾ ਐਡਰੈਸ ਆਏਗਾ। ਯੈਸ অর ਨੋ? ਬੇਟਾ ਨੈਕਸਟ ਐਲੀਮੈਂਟ ਐਡਰੈਸ ਕਿੰਨਾ ਹੈ? ਸ਼ਾਬਾਸ਼, ਹਾਂਜੀ 2 ਹੈ। ਸੋ ਬੇਟਾ ਆਪਾਂ ਕਿੱਦਾਂ ਫਾਈਂਡ ਆਊਟ ਕੀਤਾ? ਉਹਦੇ ਵਾਸਤੇ ਬੇਟਾ ਆਪਾਂ ਸਟੇਟਮੈਂਟ ਯੂਜ਼ ਕਰਾਂਗੇ, ਫਰੰਟ ਇਜ਼ ਇਕੁਅਲ ਟੂ ਫਰੰਟ ਪਲੱਸ 1। ਫਰੰਟ ਦੀ ਵੈਲਿਊ ਪਹਿਲਾਂ 1 ਸੀਗੀ, ਹੁਣ ਉਹਦੇ ਵਿੱਚ ਬੇਟਾ 1 ਆਪਾਂ ਐਡ ਕਰਤਾ। ਨੋ ਫਰੰਟ ਜਿਹੜਾ ਅਪਡੇਟ ਹੋ ਗਿਆ ਉਹਦੀ ਵੈਲਿਊ ਕਿੰਨੀ ਹੋ ਗਈ ਮੇਰੇ ਕੋਲ? 2 ਹੋ ਗਈ। ਕਲੀਅਰ ਬੇਟਾ? yes ਔਰ sir ਨੋ? ਬੇਟਾ ਸਮਝ ਲੱਗੀ ਸਾਰਿਆਂ ਨੂੰ? ਬੇਟਾ ਸਮਝ ਲੱਗੀ? yes sir ਸੋ ਆਲਵੇਜ਼ ਕੀਪ ਇਨ ਮਾਈਂਡ ਜਦੋਂ ਬੇਟਾ ਆਪਾਂ ਡਿਲੀਟ ਕਰਨਾ ਹੈ ਕੋਈ ਵੀ ਐਲੀਮੈਂਟ ਬੇਟਾ ਉਸ ਕੇਸ ਵਿੱਚ ਜਿਹੜਾ ਫਰੰਟ ਹੋਏਗਾ ਉਹ ਪੁਆਇੰਟਰ ਵੇਰੀਏਬਲ ਅਪਡੇਟ ਹੋਏਗਾ। ਅਪਡੇਟ ਕਿੱਦਾਂ ਹੋਏਗਾ? ਉਹਦੀ ਪ੍ਰੀਵੀਅਸ ਜੋ ਵੈਲਿਊ ਹੋਏਗੀ ਉਹਦੇ ਵਿੱਚ ਬੇਟਾ 1 ਆਪਾਂ ਐਡ ਕਰ ਦਾਂਗੇ। ਕਲੀਅਰ ਬੇਟਾ? yes sir Similarly, on whenever an element is added to the queue, the value of rear is increased by 1. This can be implemented by the assignment rear is equal to rear plus 1. ਕਹਿੰਦਾ ਕਿ ਜਦੋਂ ਬੇਟਾ ਆਪਾਂ ਐਲੀਮੈਂਟ ਕਿਊ ਦੇ ਵਿੱਚ ਐਡ ਕਰਾਂਗੇ ਉਸ ਕੇਸ ਵਿੱਚ ਜਿਹੜਾ ਰੇਅਰ ਪੁਆਇੰਟਰ ਵੇਰੀਏਬਲ ਹੈ ਬੇਟਾ ਉਹ ਵੈਲਿਊ ਕੀ ਹੋ ਜਾਏਗੀ, ਅਪਡੇਟ ਹੋ ਜਾਏਗੀ। ਡੈਟ ਮੀਨਸ ਉਹਦੇ ਵਿੱਚ ਆਪਾਂ 1 ਕੀ ਕਰ ਦਾਂਗੇ, ਐਡ ਕਰ ਦਾਂਗੇ। ਔਰ ਉਹਦੇ ਵਾਸਤੇ ਆਪਾਂ ਸਟੇਟਮੈਂਟ ਯੂਜ਼ ਕਰਾਂਗੇ, ਅਸਾਈਨਮੈਂਟ ਸਟੇਟਮੈਂਟ ਯੂਜ਼ ਕਰਾਂਗੇ, ਰੇਅਰ ਇਜ਼ ਇਕੁਅਲ ਟੂ ਰੇਅਰ ਪਲੱਸ 1। ਸ਼ਾਬਾਸ਼, ਮੰਨ ਲਓ ਹੁਣ ਮੈਂ ਨੈਕਸਟ ਐਲੀਮੈਂਟ ਬੇਟਾ ਮੰਨ ਲਓ 40 ਸਟੋਰ ਕਰਨਾ ਹੈ। ਹੁਣ ਸ਼ਾਬਾਸ਼ ਦੱਸੋ ਬੇਟਾ 40 ਕਿੱਥੇ ਸਟੋਰ ਹੋਏਗਾ? ਸ਼ਾਬਾਸ਼ ਬੇਟਾ 40 ਕਿੱਥੇ ਸਟੋਰ ਹੋਏਗਾ? sir repeat करियो ਬੇਟਾ ਧਿਆਨ ਨਾਲ ਦੇਖੋ, ਪਹਿਲਾ ਕਲੀਅਰ ਹੋ ਗਿਆ ਕਿ ਜਦੋਂ ਬੇਟਾ ਕੋਈ ਵੀ ਐਲੀਮੈਂਟ ਆਪਾਂ ਡਿਲੀਟ ਕਰਨਾ ਹੈ ਔਰ ਆਪਾਂ ਨੂੰ ਪਤਾ ਹੈ ਕਿ ਡਿਲੀਟ ਕਿਹੜਾ ਹੋਏਗਾ, ਜਿਹੜਾ ਆਪਣੇ ਕੋਲ ਫਰਸਟ ਪੋਜੀਸ਼ਨ ਤੇ ਪਿਆ ਹੋਏਗਾ। ਕਲੀਅਰ ਬੇਟਾ? yes sir ਠੀਕ ਹੈ। ਤੇ ਦੈਨ ਜਦੋਂ ਆਪਾਂ ਬੇਟਾ ਡਿਲੀਟ ਕਰਾਂਗੇ ਉਸ ਕੇਸ ਵਿੱਚ ਜਿਹੜਾ ਫਰੰਟ ਪੁਆਇੰਟਰ ਵੇਰੀਏਬਲ ਹੋਏਗਾ ਬੇਟਾ ਉਹ ਅਪਡੇਟ ਹੋ ਜਾਏਗਾ। ਅਪਡੇਟ ਕਿਹਦਾ ਸਟੇਟਮੈਂਟ ਨਾਲ ਯੂਜ਼ ਹੋਏਗਾ, ਫਰੰਟ ਇਜ਼ ਇਕੁਅਲ ਟੂ ਫਰੰਟ ਪਲੱਸ 1। ਹੁਣੇ ਆਪਾਂ ਐਗਜ਼ਾਮਪਲ ਕੀਤੀ ਸੀ, ਅਗਰ ਆਪਣੇ ਕੋਲ ਬੇਟਾ ਇਹ 10 ਰਿਮੂਵ ਹੋ ਜਾਏਗਾ ਤੇ ਦੈਨ ਉਸ ਕੇਸ ਵਿੱਚ ਜਿਹੜਾ ਪੁਆਇੰਟਰ ਫੀਲਡ ਹੈ ਬੇਟਾ ਇਹ ਸੌਰੀ ਫਰੰਟ ਫੀਲਡ ਹੈ ਅਪਡੇਟ ਹੋ ਜਾਏਗੀ। ਇਹਦੇ ਵਿੱਚ ਬੇਟਾ ਨੈਕਸਟ ਐਲੀਮੈਂਟ ਦਾ ਐਡਰੈਸ ਆ ਜਾਏਗਾ। ਬੇਟਾ ਉਹ ਅਸੈਸ ਕਰਨ ਲਈ ਆਪਾਂ ਸਟੇਟਮੈਂਟ ਯੂਜ਼ ਕਰਾਂਗੇ ਇਨ ਕੇਸ ਆਫ ਐਰੇ ਫਰੰਟ ਇਜ਼ ਇਕੁਅਲ ਟੂ ਫਰੰਟ ਪਲੱਸ 1। ਫਰੰਟ ਦੀ ਵੈਲਿਊ ਬੇਟਾ ਪਹਿਲਾਂ 1 ਸੀਗੀ, 1 ਪਲੱਸ 1 ਕਿੰਨਾ ਹੋ ਜਾਏਗਾ ਮੇਰੇ ਕੋਲ 2 ਹੋ ਜਾਏਗਾ। ਨਾਓ ਜਿਹੜਾ ਅਗਰ ਆਪਾਂ ਐਲੀਮੈਂਟ ਡਿਲੀਟ ਕਰਦੇ ਹਾਂ ਤੇ ਫਰੰਟ ਮੇਰੇ ਕੋਲ ਅਪਡੇਟ ਹੋ ਗਿਆ, ਉਹਦੀ ਵੈਲਿਊ ਕਿੰਨੀ ਹੋਗੀ 2। ਕਲੀਅਰ ਬੇਟਾ? yes sir ਬੇਟਾ ਸਮਝ ਲੱਗੀ ਸਾਰਿਆਂ ਨੂੰ? yes sir ਓਕੇ ਵੇਟ। ਸੋ ਸਿਮਿਲਰਲੀ ਬੇਟਾ ਜਦੋਂ ਆਪਾਂ ਐਲੀਮੈਂਟ ਡਿਲੀਟ ਕਰਨਾ ਹੈ ਕਿਊ ਦੇ ਵਿੱਚੋਂ ਦੈਨ ਬੇਟਾ ਉਸ ਕੇਸ ਵਿੱਚ ਕੀ ਹੋਏਗਾ, ਉਸ ਕੇਸ ਵਿੱਚ ਕੀ ਹੋਏਗਾ, ਜਿਹੜੀ ਰੀਅਰ ਆਪਣੇ ਕੋਲ ਪੁਆਇੰਟਰ ਵੇਰੀਏਬਲ ਹੋਏਗਾ ਬੇਟਾ ਉਹ ਅਪਡੇਟ ਹੋਏਗਾ। ਉਹਦੀ ਵੈਲਿਊ ਜੋ ਪ੍ਰੀਵੀਅਸ ਹੋਏਗੀ ਉਹਦੇ ਵਿੱਚ ਆਪਾਂ 1 ਐਡ ਕਰ ਦਾਂਗੇ। ਉਹਦੇ ਵਾਸਤੇ ਜਿਹੜਾ ਅਸਾਈਨਮੈਂਟ ਆਪਾਂ ਯੂਜ਼ ਕਰਾਂਗੇ ਰੇਅਰ ਇਜ਼ ਇਕੁਅਲ ਟੂ ਰੇਅਰ ਪਲੱਸ 1। ਹੁਣ ਸ਼ਾਬਾਸ਼ ਯੂ ਟੈਲ ਮੀ ਕਿ ਬੇਟਾ ਮੈਂ 40 ਜਿਹੜਾ ਹੈ ਇਹ ਕਿਊ ਦੇ ਵਿੱਚ ਇਨਸਰਟ ਕਰਨਾ ਹੈ। ਹੁਣ ਸ਼ਾਬਾਸ਼ ਦੱਸੋ ਮੈਨੂੰ ਇਹ ਕਿੱਥੇ ਸਟੋਰ ਹੋਏਗਾ, ਕਿਸ ਲੋਕੇਸ਼ਨ ਤੇ ਸਟੋਰ ਹੋਏਗਾ? sir fourth ਤੇ ਵੈਰੀ ਗੁੱਡ, ਦੈਟ ਮੀਨਸ ਕੀ ਹੋਏਗਾ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਨੈਕਸਟ ਐਲੀਮੈਂਟ ਜਿਹੜਾ ਐਡ ਕਰਨਾ ਹੈ ਉਹ ਆਪਣੇ ਕੋਲ ਲਾਸਟ ਵਿੱਚ ਐਡ ਹੋਏਗਾ। ਦੈਟ ਮੀਨਸ ਕਿੱਥੇ ਆ ਜਾਏਗਾ, ਆਪਣੇ ਕੋਲ 4 ਪੋਜੀਸ਼ਨ ਤੇ ਆ ਜਾਏਗਾ। ਕਲੀਅਰ ਬੇਟਾ? ਯੈਸ অর ਨੋ? ਕਲੀਅਰ ਹੈ ਬੇਟਾ? yes sir ਨੋ ਦੇਖੋ ਪ੍ਰੀਵੀਅਸ ਆਪਣੇ ਕੋਲ ਅਗਰ 40 ਨਹੀਂ ਸੀਗਾ ਉਸ ਕੇਸ ਵਿੱਚ ਰੇਅਰ ਦੀ ਵੈਲਿਊ ਕਿੰਨੀ ਸੀ ਬੇਟਾ ਮੇਰੇ ਕੋਲ 3। ਕਲੀਅਰ? yes sir ਨੋ ਬੇਟਾ ਹੁਣ ਆਪਾਂ ਇੱਕ ਨਵਾਂ ਐਲੀਮੈਂਟ ਐਡ ਕਰ ਲਿਆ ਹੈ। ਦੈਟ ਮੀਨਸ ਕੀ ਹੋਏਗਾ, ਹੁਣ ਜਿਹੜਾ ਰੇਅਰ ਕੋਲ ਐਡਰੈਸ ਕਿਹਦਾ ਹੋਏਗਾ, ਜਿਹੜਾ ਬੇਟਾ ਆਪਾਂ ਨਵਾਂ ਐਲੀਮੈਂਟ ਸਟੋਰ ਕੀਤਾ ਹੈ। ਦੈਟ ਮੀਨਸ ਕਿੰਨਾ ਐਡਰੈਸ ਹੋਏਗਾ 4। ਉਹਦੇ ਵਾਸਤੇ ਬੇਟਾ ਸਟੇਟਮੈਂਟ ਯੂਜ਼ ਕਰਾਂਗੇ ਰੇਅਰ ਇਜ਼ ਇਕੁਅਲ ਟੂ ਰੇਅਰ ਪਲੱਸ 1। ਰੇਅਰ ਦੀ ਪਹਿਲਾ ਵੈਲਿਊ ਆਪਣੇ ਕੋਲ 3 ਸੀਗੀ, ਪਲੱਸ 1 ਕਰ ਦਿੱਤਾ ਹੈ। ਸੋ 3 ਪਲੱਸ 1 ਕਿੰਨਾ ਹੋ ਗਿਆ ਮੇਰੇ ਕੋਲ 4 ਹੋ ਗਿਆ। ਕਲੀਅਰ ਬੇਟਾ? yes sir ਬੇਟਾ ਸਮਝ ਲੱਗੀ ਸਾਰਿਆਂ ਨੂੰ?
Yes, sir. ਬੇਟਾ ਸੋ ਇਸ ਤਰੀਕੇ ਨਾਲ ਜਿਹੜਾ ਆਪਾਂ ਐਰੇ ਦੇ ਨਾਲ ਆਪਾਂ ਐਲੀਮੈਂਟ ਐਡ ਕਰਦੇ ਹਾਂ ਔਰ ਡਿਲੀਟ ਕਰਦੇ ਹਾਂ ਔਰ ਇਹਦੇ ਵਿੱਚ ਆਪਾਂ ਫਰੰਟ ਔਰ ਰੀਅਰ ਪੁਆਇੰਟਰ ਵੇਰੀਏਬਲ ਹੈ ਉਹਦੀ ਵੈਲਿਊ ਆਪਾਂ ਅਪਡੇਟ ਕਰਦੇ ਹਾਂ। ਇਹਦੇ ਵਿੱਚ ਕੋਈ ਡਾਊਟ ਬੇਟਾ? No, sir. ਬੇਟਾ ਸਮਝ ਲੱਗੀ ਸਾਰਿਆਂ ਨੂੰ? ਬੇਟਾ ਸਮਝ ਲੱਗੀ ਕਿ ਨਹੀਂ? ਓਕੇ ਸੋ ਕੀ ਕਹਿ ਰਿਹਾ ਹੈ, this means that after n insertion the rear element of the q will occupy a qn। ਬੇਟਾ ਦੇਖੋ ਇਹਦੇ ਵਿੱਚ you tell me ਇਸ q ਦੀ ਕਪੈਸਿਟੀ ਕਿੰਨੀ ਹੋਏਗੀ, ਕੋਈ ਦੱਸ ਸਕਦਾ ਹੈ? ਇਸ ਕਪੈਸਿਟੀ ਮੀਨਸ ਇਹ q ਕਿੰਨੇ ਨੰਬਰ ਆਫ ਐਲੀਮੈਂਟ ਸਟੋਰ ਕਰ ਸਕਦੀ ਹੈ? ਹਾਂਜੀ ਬੇਟਾ that means q ਦੀ ਕਪੈਸਿਟੀ ਕਿੰਨੀ ਹੋਏਗੀ? n। ਕਲੀਅਰ ਬੇਟਾ? ਯੈਸ ਔਰ ਨੋ? Yes, sir. ਮੰਨ ਲਓ ਅਗਰ ਮੈਂ ਕਹਿ ਰਿਹਾ ਕਿ n ਦੀ ਵੈਲਿਊ 10 ਹੈ ਤੇ ਬੇਟਾ ਇਹਦਾ ਮਤਲਬ ਕੀ ਹੋਏਗਾ, ਜਿਹੜੀ q ਹੈ ਮੈਕਸਿਮਮ 10 ਐਲੀਮੈਂਟ ਸਟੋਰ ਕਰ ਸਕਦੀ ਹੈ। ਜਿਹਦਾ ਬੇਟਾ ਆਪਾਂ ਸਟੈਕ ਦੇ ਵਿੱਚ ਮੈਕਸ ਸਟੈਕ ਯੂਜ਼ ਕੀਤਾ ਸੀਗਾ, ਸੇਮ ਉਹੀ ਕਨਸੈਪਟ ਹੈ। ਨਾਓ ਇਨ ਦਿਸ ਕੇਸ ਜੋ ਵੀ ਬੇਟਾ n ਦੀ ਵੈਲਿਊ ਹੋਏਗੀ ਦੈਟ ਮੀਨਸ ਉਨੇ ਵੈਲਿਊ ਉਨੇ ਡਾਟਾ ਆਪਾਂ q ਦੇ ਵਿੱਚ ਕੀ ਕਰ ਸਕਦੇ ਹਾਂ, ਸਟੋਰ ਕਰ ਸਕਦੇ ਹਾਂ। ਕਲੀਅਰ ਬੇਟਾ? Yes, ਔਰ sir. ਨੋ? ਸੋ ਬੇਟਾ ਇਹਦਾ ਮਤਲਬ ਹੈ ਕਿ ਮੰਨ ਲਓ ਕਿ ਆਪਾਂ ਸਾਰੀ ਪੋਜੀਸ਼ਨ ਦੇ ਉੱਪਰ ਐਲੀਮੈਂਟ ਆਪਾਂ ਸਟੋਰ ਕਰ ਦਿੱਤੇ ਹੈ, ਦੈਟ ਮੀਨਸ ਆਪਾਂ ਲਾਸਟ ਪੋਜੀਸ਼ਨ ਤੱਕ ਐਲੀਮੈਂਟ ਸਟੋਰ ਕਰ ਦਿੱਤੇ ਹੈ। ਬੇਟਾ ਉਸ ਕੇਸ ਵਿੱਚ ਦੇਖੋ ਕੀ ਕਹਿ ਰਿਹਾ ਹੈ, ਦਿਸ ਮੀਨਸ ਦੈਟ ਆਫਟਰ n ਇੰਸਰਸ਼ਨ। ਇਹਦਾ ਮਤਲਬ ਹੈ ਕਿ ਜਦੋਂ ਆਪਣੇ ਕੋਲ n ਦੀ ਵੈਲਿਊ ਮੰਨ ਲਓ 10 ਹੈ ਤੇ ਕਹਿੰਦਾ ਜਦੋਂ ਆਪਾਂ 10 ਐਲੀਮੈਂਟ ਆਪਾਂ ਸਟੋਰ ਕਰ ਦਿੱਤੇ ਹੈ ਦੈਨ ਉਸ ਕੇਸ ਬੇਟਾ ਕੀ ਹੋਏਗਾ, ਦਾ ਰੀਅਰ ਐਲੀਮੈਂਟ ਆਫ ਦਾ q ਵਿਲ ਆਕੂਪਾਈ ਆ qn। ਸੋ ਆਪਾਂ ਨੂੰ ਪਤਾ ਹੈ ਕਿ ਜਿਹੜਾ ਲਾਸਟ ਐਲੀਮੈਂਟ ਜਿਹੜਾ ਸਟੋਰ ਕਰਾਂਗੇ ਬੇਟਾ ਉਹਦੀ ਲੋਕੇਸ਼ਨ ਕੀ ਹੋਏਗੀ? ਸ਼ਾਬਾਸ਼। ਮੰਨ ਲਓ ਇੱਥੇ ਮੈਂ 50 ਸਟੋਰ ਕਰ ਦਿੱਤਾ ਹੈ, ਦੈਨ ਇੱਥੇ ਆਪਾਂ 60 ਸਟੋਰ ਕੀਤਾ ਹੈ, ਦੈਨ ਆਪਣੇ ਕੋਲ 70 ਹੋ ਗਿਆ, ਫॉर एग्जांपल ਦਿਸ ਇਜ਼ 80 ਹੋ ਗਿਆ ਐਂਡ ਫॉर एग्जांपल ਐਂਡ ਦਿਸ ਇਜ਼ 90 ਹੋ ਗਿਆ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਸੋ ਬੇਟਾ ਰੀਅਰ ਦੀ ਵੈਲਿਊ ਕੀ ਹੋਏਗੀ? ਸ਼ਾਬਾਸ਼। 90. ਨੋ ਨੋ ਬੇਟਾ, ਫਰੰਟ ਔਰ ਰੀਅਰ ਦੇ ਵਿੱਚ ਐਡਰੈਸ ਸਟੋਰ ਹੋਣੇ ਹਾਂ, ਐਕਚੁਅਲ ਵੈਲਿਊ ਸਟੋਰ ਨਹੀਂ ਹੋਣੀ ਹੈ। ਠੀਕ ਹੈ, ਸੋ ਐਡਰੈਸ ਕਿੰਨਾ ਹੋ ਰਿਹਾ? n। ਕਲੀਅਰ ਬੇਟਾ? Yes, sir. ਠੀਕ ਹੈ, ਸੋ ਉਹ ਕਿਹਦੇ ਵਿੱਚ ਪਿਆ ਹੋਇਆ? ਆਪਣੇ ਕੋਲ ਐਰੇ ਦੇ ਵਿੱਚ ਪਿਆ। ਐਰੇ ਦਾ ਨਾਮ ਮੇਰੇ ਕੋਲ ਕੀ ਆ? q। ਸੋ ਡੈਟਸ ਵਾਈ ਲਿਖਿਆ ਹੋਇਆ ਹੈ ਦਾ ਰੀਅਰ ਐਲੀਮੈਂਟ ਆਫ ਦਾ q ਵਿਲ ਆਕੂਪਾਈ qn। ਕਲੀਅਰ ਬੇਟਾ? Yes, sir. ਠੀਕ ਹੈ, ਔਰ ਇਨ ਅਦਰ ਵਰਡ ਇਵੈਂਚੁਅਲੀ ਦਾ q ਵਿਲ ਆਕੂਪਾਈ ਦਾ ਲਾਸਟ ਪਾਰਟ ਆਫ ਦਾ ਐਰੇ। ਦੈਟ ਮੀਨਸ ਕੀ ਹੋਏਗਾ, ਜਿਹੜੀ ਐਲੀਮੈਂਟ ਹੋਏਗਾ ਲਾਸਟ ਜਿਹੜਾ ਆਪਣੇ ਕੋਲ ਸਪੇਸ ਬਚ ਗਈ ਹੈ q ਦੇ ਵਿੱਚ, ਉਹ ਬੇਟਾ ਕੀ ਕਰ ਲੇਗਾ? ਆਕੂਪਾਈ ਕਰ ਲੇਗਾ। ਦਿਸ ਮੀਨਸ q ਇਟਸੈਲਫ may not contain many elements। ਇਹਦਾ ਬੇਟਾ ਮਤਲਬ ਕੀ ਹੋ ਜਾਏਗਾ, ਅਗਰ ਮੇਰੇ ਕੋਲ ਬੇਟਾ ਰੇਅਰ ਦੀ ਵੈਲਿਊ qn ਆ ਜਾਏਗੀ ਉਹਦਾ ਮਤਲਬ ਕੀ ਹੋ ਜਾਏਗਾ, q ਦੇ ਵਿੱਚ ਹੋਰ ਜ਼ਿਆਦਾ ਐਲੀਮੈਂਟ ਮੈਂ ਸਟੋਰ ਨਹੀਂ ਕਰ ਸਕਦਾ। ਕਲੀਅਰ ਬੇਟਾ? Yes, sir. ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਣੇ ਕੋਲ ਕਪੈਸਿਟੀ n ਦੀ ਹੈ, ਅਗਰ ਸਾਰੇ ਐਲੀਮੈਂਟ ਬੇਟਾ ਹਰ ਪੋਜੀਸ਼ਨ ਦੇ ਉੱਪਰ ਸਟੋਰ ਕਰ ਦਿੱਤੇ ਹੈ ਤੇ ਦੈਨ ਉਸ ਕੇਸ ਵਿੱਚ ਆਪਾਂ ਨਵਾਂ ਐਲੀਮੈਂਟ ਸਟੋਰ ਨਹੀਂ ਕਰ ਸਕਦੇ। ਕਲੀਅਰ ਬੇਟਾ? Yes, sir. ਬੇਟਾ ਰਿਪਰੈਜ਼ੈਂਟੇਸ਼ਨ ਸਾਨੂੰ ਕਲੀਅਰ ਹੋਈ? Yes, sir. ਓਕੇ ਬੇਟਾ ਨੈਕਸਟ ਐਗਜ਼ਾਮਪਲ ਹੈ। ਹੁਣ ਤੁਸੀਂ ਮੈਨੂੰ ਦੱਸਣਾ ਹੈ ਕਿ ਕਿਸ ਤਰੀਕੇ ਨਾਲ ਫਰੰਟ ਔਰ ਰੀਅਰ ਦੀ ਵੈਲਿਊ ਬੇਟਾ ਅਪਡੇਟ ਹੋਏਗੀ। ਹੁਣ ਇਨ ਦਿਸ ਕੇਸ ਤੁਸੀਂ ਦੇਖ ਸਕਦੇ ਹੋ ਸਟਾਰਟਿੰਗ ਦੇ ਵਿੱਚ ਮੇਰੇ ਕੋਲ ਬੇਟਾ ਕਿਊ ਦੇ ਵਿੱਚ ਕੋਈ ਵੀ ਐਲੀਮੈਂਟ ਨਹੀਂ ਹੈ ਔਰ ਬੇਟਾ ਸ਼ਾਬਾਸ਼ ਦੱਸੋ ਕਿਊ ਦੀ ਕਪੈਸਿਟੀ ਕਿੰਨੀ ਹੈ? ਸ਼ਾਬਾਸ਼, ਕਿੰਨੇ ਐਲੀਮੈਂਟ ਸਟੋਰ ਕਰ ਸਕਦੀ ਹੈ ਕਿਊ? ਹਾਂਜੀ ਬੇਟਾ, 5. ਕਿੰਨੇ ਐਲੀਮੈਂਟ ਸਟੋਰ ਕਰ ਸਕਦੀ ਬੇਟਾ ਕਿਊ? 5. 5, ਕਿਉਂਕਿ ਆਪਣੇ ਕੋਲ ਜਿਹੜੀ ਕਪੈਸਿਟੀ ਹੈ 5 ਦੀ ਹੈ। ਹੁਣ ਦੇਖੋ ਮੇਰਾ ਧਿਆਨ ਦੇ ਨਾਲ ਸਟਾਰਟਿੰਗ ਵਿੱਚ ਬੇਟਾ ਕਿਊ ਦੇ ਵਿੱਚ ਕੋਈ ਵੀ ਐਲੀਮੈਂਟ ਸਟੋਰ ਨਹੀਂ ਹੈ। ਅਗਰ ਆਪਣੇ ਕੋਲ ਸਟਾਰਟਿੰਗ ਵਿੱਚ ਕਿਊ ਦੇ ਵਿੱਚ ਕੋਈ ਵੀ ਐਲੀਮੈਂਟ ਸਟੋਰ ਨਹੀਂ ਹੋਏਗਾ ਉਸ ਕੇਸ ਬੇਟਾ ਫਰੰਟ ਦੀ ਵੈਲਿਊ ਵੀ 0 ਹੋਏਗੀ, ਨਲ ਹੋਏਗੀ ਔਰ ਰੀਅਰ ਦੀ ਵੈਲਿਊ ਕੀ ਹੋਏਗੀ? ਨਲ ਹੋਏਗੀ। ਕਲੀਅਰ ਬੇਟਾ? Yes, sir. ਠੀਕ ਹੈ, ਹੁਣ ਮੰਨ ਲਓ ਸ਼ਾਬਾਸ਼, ਹੁਣ ਮੈਂ ਕਹਿ ਰਿਹਾ ਕਿ ਪਹਿਲਾਂ ਮੈਂ A ਇਨਸਰਟ ਕਰਨਾ, ਫਿਰ ਮੈਂ ਬੇਟਾ B ਇਨਸਰਟ ਕਰਨਾ ਔਰ ਉਸ ਤੋਂ ਬਾਅਦ ਬੇਟਾ C ਇਨਸਰਟ ਕਰਨਾ ਹੈ। ਹੁਣ ਮੰਨ ਲਓ ਪਹਿਲਾਂ ਮੈਂ A ਇਨਸਰਟ ਕੀਤਾ, ਹੁਣ ਸ਼ਾਬਾਸ਼ ਜਦੋਂ ਬੇਟਾ ਫਰੰਟ ਦੀ ਵੈਲਿਊ ਕੀ ਹੋਏਗੀ? 1. 1। ਓਕੇ, ਔਰ ਬੇਟਾ ਰੀਅਰ ਦੀ ਵੈਲਿਊ? ਹਾਂਜੀ ਬੇਟਾ ਰੀਅਰ ਦੀ ਵੈਲਿਊ? 3. ਨੋ ਬੇਟਾ ਇੱਕੋ ਹੀ ਐਲੀਮੈਂਟ ਹੈ ਨਾ, ਜਦੋਂ ਬੇਟਾ ਕਿਊ ਦੇ ਵਿੱਚ ਇੱਕੋ ਹੀ ਐਲੀਮੈਂਟ ਹੋਏਗਾ ਉਸ ਕੇਸ 'ਚ ਫਰੰਟ ਔਰ ਰੀਅਰ ਦੀ ਵੈਲਿਊ ਸੇਮ ਹੋ ਜਾਏਗੀ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਕਿਉਂਕਿ ਇਹ ਪਹਿਲਾ ਐਲੀਮੈਂਟ ਵੀ ਇਹੀ ਹੈ, ਲਾਸਟ ਐਲੀਮੈਂਟ ਵੀ ਇਹੀ ਹੈ। ਆਪਾਂ ਨੂੰ ਪਤਾ ਹੈ ਕਿ ਪਹਿਲੇ ਐਲੀਮੈਂਟ ਦਾ ਐਡਰੈਸ ਫਰੰਟ ਵਿੱਚ ਸਟੋਰ ਹੁੰਦਾ ਹੈ ਔਰ ਲਾਸਟ ਐਲੀਮੈਂਟ ਐਡਰੈਸ ਰੀਅਰ ਵਿੱਚ ਸਟੋਰ ਹੁੰਦਾ ਹੈ। ਅਗਰ ਬੇਟਾ ਇਹ ਹੈ ਕਿਊ ਦੇ ਵਿੱਚ ਹੈ ਹੀ ਇੱਕੋ ਐਲੀਮੈਂਟ ਹੈ, ਉਹੀ ਪਹਿਲਾ ਹੋਏਗਾ ਉਹੀ ਲਾਸਟ ਹੋਏਗਾ। ਸੋ ਡੈਟਸ ਵਾਈ ਫਰੰਟ ਔਰ ਰੀਅਰ ਦੀ ਵੈਲਿਊ ਕਿੰਨੀ ਹੋ ਜਾਏਗੀ? ਮੇਰੇ ਕੋਲ 1 1 ਹੋ ਜਾਏਗੀ। ਕਲੀਅਰ ਬੇਟਾ? Yes, sir. ਹੁਣ ਬੇਟਾ ਨੈਕਸਟ ਐਲੀਮੈਂਟ ਕੀ ਹੈ? B। ਦੇਖੋ ਐਗਜ਼ਾਮਪਲ ਲੈ ਰਿਹਾ, A ਇਨਸਰਟ ਕਰਤਾ, ਹੁਣ ਬੇਟਾ ਮੈਂ B ਇਨਸਰਟ ਕਰਨਾ ਹੈ। ਹੁਣ ਸ਼ਾਬਾਸ਼ ਮੈਨੂੰ ਦੱਸੋ ਫਰੰਟ ਔਰ ਰੀਅਰ ਦੀ ਵੈਲਿਊ ਕੀ ਹੋਏਗੀ?
ਸਰ ਫਰੰਟ ਦੀ 1 ਓਕੇ, ਤੇ rear ਦੀ 2। ਵੈਰੀ ਗੁੱਡ। ਨਾਓ ਫਰੰਟ ਦੀ ਵੈਲਿਊ ਆਪਾਂ ਨੂੰ ਪਤਾ ਹੈ ਕਿ ਜਿਹੜਾ A ਹੈ ਫਰੰਟ ਤੇ ਸਟੋਰ ਹੈ ਉਹਦੀ ਵੈਲਿਊ 1 ਹੀ ਰਹੇਗੀ। ਨੈਕਸਟ ਐਲੀਮੈਂਟ B ਸਟੋਰ ਕੀਤਾ ਹੈ, ਦੈਟ ਮੀਨਸ ਐਂਡ ਵਿੱਚ ਸਟੋਰ ਕੀਤਾ ਹੈ, ਤੇ ਰੇਅਰ ਦੀ ਵੈਲਿਊ ਅਪਡੇਟ ਹੋ ਜਾਏਗੀ। ਸੋ ਰੇਅਰ ਦੀ ਵੈਲਿਊ ਕਿੰਨੀ ਹੋਗੀ 2। ਕਲੀਅਰ ਬੇਟਾ? ਯੈਸ ਔਰ ਨੋ? ਯੈਸ ਸਰ। ਬੇਟਾ ਉਸ ਤੋਂ ਬਾਅਦ ਮੈਂ C ਇਨਸਰਟ ਕਰਨਾ ਹੈ। ਹੁਣ ਸ਼ਾਬਾਸ਼ ਮੈਨੂੰ ਦੱਸੋ ਫਰੰਟ ਔਰ ਰੀਅਰ ਦੀ ਵੈਲਿਊ ਕੀ ਹੋਏਗੀ? ਫਰੰਟ ਦੀ ਵੈਲਿਊ A, ਨੋ ਵੈਲਿਊ ਬੇਟਾ ਕੀਰਤੀ ਕਿਉਂ ਭੁੱਲ Front ਜਾਂਦੇ ਦੀ ਹੋ? value ਐਡਰੈਸ one, ਸਟੋਰ ਕਰਨਾ। ਹਾਂਜੀ ਫਰੰਟ ਦੱਸੋ। ਦੀ ਵੈਲਿਊ 1 ਹਾਂਜੀ ਤੇ rear ਦੀ 3। ਵੈਰੀ ਗੁੱਡ, ਦੈਟ ਇਜ਼ ਫਰੰਟ ਦੀ ਵੈਲਿਊ 1 ਹੋਗੀ, ਰੀਅਰ ਦੀ ਵੈਲਿਊ 3 ਹੋਗੀ। ਕਲੀਅਰ ਬੇਟਾ? ਸਮਝ ਲੱਗੀ ਸਾਰਿਆਂ ਨੂੰ? ਯੈਸ ਸਰ। ਬਾਕੀ ਵੀ ਜਵਾਬ ਦਿਓ ਬੇਟਾ। ਯੈਸ ਸਰ। ਇੱਕ ਮਿੰਟ ਠਹਿਰ ਜਾਓ। ਸੁਨੰਦਾ, ਟੀਨਾ, ਜੋਤੀ, ਕੀਰਤੀ, ਡਿੰਪਲ, ਪ੍ਰਭਜੋਤ, ਜੋਤੀ ਸੁਮਨ, ਖੁਸ਼ੀ, ਪਲਕ। ਬੇਟਾ ਸਮਝ ਲੱਗਦੀ ਪਈ ਸਾਰਿਆਂ ਨੂੰ? ਬੇਟਾ ਸਮਝ ਲੱਗਦੀ ਪਈ ਆ? ਯੈਸ ਸਰ। ਜਰਾ ਵੀਡੀਓ ਔਨ ਕਰੋ। ਜੋਤੀ ਵੀਡੀਓ ਔਨ ਕਰੋ ਜਰਾ ਆਪਣੀ। ਪਲਕ ਵੀਡੀਓ ਔਨ ਕਰੋ। ਪ੍ਰਭਜੋਤ ਬੇਟਾ ਵੀਡੀਓ ਔਨ ਕਰੋ ਫਟਾਫਟ। ਇਹ ਵੀਡੀਓ ਮੈਂ ਇਸ ਕਰਕੇ ਔਨ ਕਰਾ ਰਿਹਾ, ਮੈਂ ਦੇਖਣਾ ਚਾਹੁੰਦਾ 100 ਤਾਂ ਨਹੀਂ ਗਏ ਤੁਸੀਂ? ਹਾਂਜੀ ਬੇਟਾ ਸਮਝ ਲੱਗਿਆ ਸਾਨੂੰ? ਸਮਝ ਲੱਗਦੀ ਪਈ ਕਿਉਂ ਦੀ? ਯੈਸ ਸਰ। ਠੀਕ ਹੈ। ਸੋ ਬਾਰ-ਬਾਰ ਤੁਹਾਨੂੰ ਜਗਾਉਣਾ ਪੈਂਦਾ ਹੈ, ਇਸ ਲਈ ਤੁਹਾਨੂੰ ਮੈਂ ਜਗਾਇਆ ਹੈ ਕਿ ਐਕਟਿਵ ਹੋ ਕੇ ਬੈਠੋ। ਕਲੀਅਰ? ਹਾਂਜੀ ਸਰ। ਓਕੇ। ਸੋ ਬੇਟਾ ਨੈਕਸਟ ਆਪਣੇ ਕੋਲ ਕੀ ਹੈ ਹੁਣ ਦੇਖੋ ਧਿਆਨ ਦੇ ਨਾਲ। ਨੈਕਸਟ ਆਪਣੇ ਕੋਲ ਮੰਨ ਲਓ ਆਪਾਂ A ਆ ਬੇਟਾ ਡਿਲੀਟ ਕਰਨਾ ਹੈ। ਹੁਣ ਸ਼ਾਬਾਸ਼ ਬੇਟਾ, ਜਦੋਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਬੇਟਾ ਐਲੀਮੈਂਟ ਫਰੰਟ ਤੇ ਹੋਏਗਾ ਪਹਿਲਾਂ ਉਹ ਡਿਲੀਟ ਹੋਏਗਾ, ਡੈਟ ਮੀਨਸ A ਡਿਲੀਟ ਹੋਏਗਾ। ਬੇਟਾ ਜਦੋਂ A ਡਿਲੀਟ ਹੋ ਜਾਏਗਾ ਫਰੰਟ ਔਰ ਰੀਅਰ ਦੀ ਵੈਲਿਊ ਬੇਟਾ ਕੀ ਹੋਏਗੀ? ਸ਼ਾਬਾਸ਼। ਹਾਂਜੀ ਜੋਤੀ, ਦੋਨਾਂ ਜੋਤੀਆਂ 'ਚੋਂ ਕੋਈ ਵੀ ਜਵਾਬ ਦਿਓ ਜੀ। ਬੇਟਾ ਫਰੰਟ ਦੀ ਵੈਲਿਊ ਬੇਟਾ ਕਿੰਨੀ ਹੋਏਗੀ? 2, ਓਕੇ। ਔਰ ਰੀਅਰ? 3। ਵੈਰੀ ਗੁੱਡ। ਦੈਟ ਮੀਨਸ ਬੇਟਾ ਜਦੋਂ ਆਪਾਂ A ਡਿਲੀਟ ਕਰ ਦਾਂਗੇ ਔਰ ਆਪਾਂ ਪਤਾ ਹੈ ਕਿ ਫਰੰਟ ਆਪਾਂ ਅਪਡੇਟ ਕਰ ਦਾਂਗੇ, ਪ੍ਰੀਵੀਅਸ ਵੈਲਿਊ ਵਿੱਚ 1 ਐਡ ਕਰ ਦਿੱਤਾ। ਠੀਕ ਹੈ। ਸੋ ਫਰੰਟ ਦੀ ਵੈਲਿਊ ਬੇਟਾ ਕਿੰਨੀ ਆ ਜਾਏਗੀ ਆਪਣੇ ਕੋਲ? 2 ਆ ਜਾਏਗੀ। ਕਲੀਅਰ ਬੇਟਾ? ਠੀਕ ਹੈ। ਰੀਅਰ ਦੀ ਵੈਲਿਊ ਆਪਾਂ ਕੋਈ ਨਵਾਂ ਐਲੀਮੈਂਟ ਸਟੋਰ ਨਹੀਂ ਕੀਤਾ, ਸੋ ਰੀਅਰ ਦੀ ਵੈਲਿਊ ਆਪਣੇ ਕੋਲ ਕੀ ਰਹੇਗੀ? 3 ਰਹੇਗੀ। ਕਲੀਅਰ ਬੇਟਾ? ਯੈਸ ਔਰ ਨੋ? ਉਸ ਤੋਂ ਬਾਅਦ ਬੇਟਾ ਨੈਕਸਟ ਆਪਣੇ ਕੋਲ ਮੰਨ ਲਓ D ਐਂਡ ਦੈਨ E ਇਨਸਰਟ ਕਰਨਾ। ਡੈਟ ਮੀਨਸ ਪਹਿਲਾਂ D ਇਨਸਰਟ ਕਰਾਂਗੇ, ਉਸ ਤੋਂ ਬਾਅਦ ਆਪਾਂ E ਇਨਸਰਟ ਕਰਾਂਗੇ। ਹੁਣ ਸ਼ਾਬਾਸ਼ ਮੈਨੂੰ ਦੱਸੋ ਬੇਟਾ, ਅਗਰ ਮੈਂ D ਇਨਸਰਟ ਕਰਦਾ ਹਾਂ ਫਰੰਟ ਔਰ ਰੀਅਰ ਦੀ ਵੈਲਿਊ ਕੀ ਹੋਏਗੀ? ਸਰ ਫਰੰਟ ਦੀ ਵੈਲਿਊ B ਐਂਡ ਰੀਅਰ ਦੀ ਵੈਲਿਊ P। ਬੇਟਾ ਫਰੰਟ ਦੀ ਵੈਲਿਊ ਕਿੰਨੀ ਹੋਏਗੀ? P। ਬੇਟਾ ਫਰੰਟ ਦੀ ਵੈਲਿਊ 3 ਕਿੱਦਾਂ ਹੋ ਜਾਏਗੀ? ਫਰੰਟ ਦੀ ਵੈਲਿਊ 2 ਰਹੇਗੀ, ਕਿਉਂਕਿ ਆਪਣੇ ਕੋਲ B ਜਿਹੜਾ ਹੈ ਉਹ ਆਪਣੇ ਕੋਲ ਪਹਿਲਾ ਐਲੀਮੈਂਟ ਹੈ। ਆਪਾਂ ਨੂੰ ਪਤਾ ਹੈ ਕਿ ਪਹਿਲੇ ਐਲੀਮੈਂਟ ਐਡਰੈਸ ਆਪਣੇ ਕੋਲ ਫਰੰਟ ਵਿੱਚ ਰਹਿੰਦਾ ਹੈ। ਕਲੀਅਰ ਬੇਟਾ? ਯੈਸ ਹੁਣ ਸਰ। ਬੇਟਾ ਆਪਾਂ ਨਵਾਂ ਐਲੀਮੈਂਟ ਕਿਹੜਾ D ਸਟੋਰ ਕੀਤਾ ਹੈ। ਜਦੋਂ ਵੀ ਬੇਟਾ ਨਵਾਂ ਐਲੀਮੈਂਟ ਸਟੋਰ ਕਰਾਂਗੇ ਉਹ ਆਪਾਂ ਰੇਅਰ ਜਿਹੜਾ ਹੈ ਪੁਆਇੰਟਰ ਵੇਰੀਏਬਲ ਉਹ ਅਪਡੇਟ ਹੋਏਗਾ। ਸੋ ਪਹਿਲਾਂ ਵੈਲਿਊ 3 ਸੀਗੀ, ਹੁਣ ਕਿੰਨੀ ਹੋ ਜਾਏਗੀ ਆਪਣੇ ਕੋਲ? 4। ਕਲੀਅਰ ਬੇਟਾ? ਯੈਸ ਔਰ ਨੋ? ਬੇਟਾ ਨੈਕਸਟ ਆਪਣੇ ਕੋਲ ਐਲੀਮੈਂਟ ਹੈ E। ਹੁਣ ਬੇਟਾ ਮੈਂ E ਇਨਸਰਟ ਕੀਤਾ ਹੈ। ਹੁਣ ਸ਼ਾਬਾਸ਼ ਦੱਸੋ ਫਰੰਟ ਔਰ ਰੀਅਰ ਦੀ ਵੈਲਿਊ ਕੀ ਹੋਏਗੀ? ਫਰੰਟ ਦੀ ਵੈਲਿਊ 2, ਹਾਂਜੀ 5। ਵੈਰੀ ਗੁੱਡ। ਦੈਟ ਮੀਨਸ ਫਰੰਟ ਦੀ ਵੈਲਿਊ 2 ਰਹੇਗੀ, ਰੀਅਰ ਦੀ ਵੈਲਿਊ ਕੀ ਹੋ ਜਾਏਗੀ? 5 ਹੋ ਜਾਏਗੀ। ਕਲੀਅਰ ਬੇਟਾ? 5। ਯੈਸ ਔਰ ਨੋ? ਹੁਣ ਤੁਸੀਂ ਦੱਸੋ ਹੁਣ ਇਹਦੇ ਵਿੱਚ ਮੈਂ ਕੋਈ ਹੋਰ ਐਲੀਮੈਂਟ ਸਟੋਰ ਕਰ ਸਕਦਾ? ਨੋ ਸਰ। ਕਿਉਂਕਿ ਆਪਾਂ ਕਿੱਥੇ ਪਹੁੰਚ ਗਏ ਹਾਂ, ਦੈਟ ਇਜ਼ ਰੀਅਰ ਦੀ ਵੈਲਿਊ ਕਿੰਨੀ ਹੋ ਗਈ ਹੈ? Q, ਕਿਉਂਕਿ ਆਪਣੇ ਕੋਲ ਐਰੇ ਹੈ Q ਔਰ ਮੰਨ ਲਓ n ਆਪਣੇ ਕੋਲ ਕਿੰਨਾ ਹੈ? 5। ਜਦੋਂ ਬੇਟਾ ਰੀਅਰ ਦੀ ਵੈਲਿਊ ਇਹਦੇ ਇਕੁਅਲ ਹੋ ਜਾਏਗੀ ਉਹਦਾ ਮਤਲਬ ਕੀ ਹੋਏਗਾ? ਆਪਾਂ ਇਹਦੇ ਵਿੱਚ ਵੈਲਿਊ ਸਟੋਰ ਨਹੀਂ ਕਰ ਸਕਦੇ। ਕਲੀਅਰ ਬੇਟਾ? ਯੈਸ Yes, ਸਰ। sir. ਬੇਟਾ ਤੁਸੀਂ ਧਿਆਨ ਨਾਲ ਬਟ ਦੇਖੋ, ਚਾਹੇ ਆਪਾਂ ਵੈਲਿਊ ਸਟੋਰ ਨਹੀਂ ਕਰ ਸਕਦੇ ਲੇਕਿਨ ਆਪਣੇ ਕੋਲ Q ਦੇ ਵਿੱਚ ਇਹ ਵਾਲੀ ਸਪੇਸ ਖਾਲੀ ਹੈ। ਕਲੀਅਰ? ਯੈਸ ਸਰ। ਠੀਕ ਹੈ। ਸੋ ਦਿਸ ਇਜ਼ ਅ ਬੇਟਾ ਲਿਮਿਟੇਸ਼ਨ ਹੈ ਸਿੰਗਲ ਜਿਹੜੀ ਆਪਾਂ Q ਯੂਜ਼ ਕਰਦੇ ਆ, ਇਹ ਲਿਮਿਟੇਸ਼ਨ ਆਫ ਦਿਸ Q ਹੈ। ਬਟ ਇਹ ਲਿਮਿਟੇਸ਼ਨ ਨੂੰ ਬੇਟਾ ਆਪਾਂ ਸਰਕੂਲਰ Q ਦੇ ਨਾਲ ਓਵਰਕਮ ਕਰ ਸਕਦੇ ਆ। ਸੋ ਆਲਵੇਜ਼ ਕੀਪ ਇਨ ਮਾਈਂਡ ਕਿ ਜਦੋਂ ਆਪਾਂ ਐਲੀਮੈਂਟ ਇਨਸਰਟ ਔਰ ਡਿਲੀਟ ਕਰਦੇ ਆ, ਹੋ ਸਕਦਾ ਕਿ ਆਪਣੇ ਕੋਲ ਪਹਿਲੀਆਂ 2 ਪੋਜੀਸ਼ਨ ਖਾਲੀ ਹੋਣ ਔਰ ਲਾਸਟ ਪੋਜੀਸ਼ਨ ਆਪਣੇ ਕੋਲ ਐਲੀਮੈਂਟ ਭਰਿਆ ਹੋਏਗਾ, ਦੈਨ ਉਸ ਕੇਸ ਵਿੱਚ ਆਪਣੇ ਕੋਲ ਨੋ ਡਾਊਟ ਕੋਈ ਨਵਾਂ ਐਲੀਮੈਂਟ ਸਟੋਰ ਨਹੀਂ ਹੋ ਸਕਦਾ, ਬਟ ਉਹਦੇ ਵਿੱਚ ਕੀ ਹੋਏਗਾ? ਆਪਣੇ ਕੋਲ ਮੈਮਰੀ ਜਿਹੜੀ ਆ ਉਹ ਵੇਸਟ ਹੋ ਜਾਏਗੀ। ਕਲੀਅਰ ਬੇਟਾ? ਯੈਸ ਔਰ ਨੋ? ਯੈਸ ਸਰ। ਠੀਕ ਹੈ। ਤੇ ਫਿਗਰ ਵਿੱਚ ਦੇਖ ਸਕਦੇ ਹੋ ਬੇਟਾ, ਜਦੋਂ ਮੈਂ ਇਹਦੇ ਵਿੱਚ ਨਵਾਂ ਐਲੀਮੈਂਟ ਇਨਸਰਟ ਕਰਨਾ ਹੈ, ਅਗਰ ਆਪਾਂ ਚੈੱਕ ਕਰਾਂਗੇ ਕਿ ਜੇ ਰੇਅਰ ਦੀ ਵੈਲਿਊ Q ਦੀ 5 ਹੋਏਗੀ, ਉਹਦਾ ਮਤਲਬ ਕਿ ਆਪਾਂ ਵੈਲਿਊ ਸਟੋਰ ਨਹੀਂ ਕਰ ਸਕਦੇ। ਬਟ ਅਗਰ ਧਿਆਨ ਨਾਲ ਦੇਖੀਏ ਗ੍ਰਾਫਿਕਲੀ ਆਪਣੇ ਕੋਲ ਬੇਟਾ ਇਹ ਸਪੇਸ ਖਾਲੀ ਹੈ, ਦੈਟ ਮੀਨਸ ਇੱਕ ਐਲੀਮੈਂਟ ਆਪਾਂ ਇੱਥੇ ਸਟੋਰ ਕਰ ਸਕਦੇ ਸੀਗੇ। ਯੈਸ ਔਰ ਨੋ?
Yes, sir. ਬਟ ਜਿਹੜੀ ਆਪਾਂ ਇਹ ਕਿਊ ਯੂਜ਼ ਕਰਦੇ ਆ ਇਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਐਲੀਮੈਂਟ ਸਟੋਰ ਨਹੀਂ ਕਰ ਸਕਦੇ ਬੇਟਾ। ਉਹਦੀ ਜਗ੍ਹਾ ਤੇ ਆਪਾਂ ਸਰਕੂਲਰ ਕਿਊ ਜਿਹੜੀ ਹੈ ਉਹ ਯੂਜ਼ ਕਰਾਂਗੇ। ਉਹਦੇ ਵਿੱਚ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ, ਜਿਹੜੀ ਇਹ ਲਿਮਿਟੇਸ਼ਨ ਹੈ, ਉਹ ਬੇਟਾ ਓਵਰਕਮ ਹੋ ਜਾਏਗੀ। ਕਲੀਅਰ ਬੇਟਾ? ਉਹ ਆਪਾਂ ਡਿਸਕਸ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਕਲੀਅਰ ਬੇਟਾ? Yes, sir. ਠੀਕ ਹੈ। ਉਸ ਤੋਂ ਬਾਅਦ ਨੈਕਸਟ ਮੇਰੇ ਕੋਲ ਮੰਨ ਲਓ ਹੁਣ ਮੈਂ B ਡਿਲੀਟ ਕਰਨਾ ਹੈ, ਉਸ ਤੋਂ ਬਾਅਦ C ਡਿਲੀਟ ਕਰਨਾ ਹੈ। ਪਹਿਲਾਂ B ਡਿਲੀਟ ਹੋਏਗਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਪਹਿਲਾ ਐਲੀਮੈਂਟ ਹੈ ਉਹੀ ਡਿਲੀਟ ਹੋਏਗਾ, ਉਸ ਤੋਂ ਬਾਅਦ ਨੈਕਸਟ ਐਲੀਮੈਂਟ ਡਿਲੀਟ ਹੋਏਗਾ। ਸੋ ਬੇਟਾ ਜਦੋਂ ਮੈਂ B ਡਿਲੀਟ ਕਰ ਦਿੱਤਾ, ਹੁਣ ਸ਼ਾਬਾਸ਼ ਦੱਸੋ ਫਰੰਟ ਔਰ ਰੀਅਰ ਦੀ ਵੈਲਿਊ ਕੀ ਹੋਏਗੀ? ਸ਼ਾਬਾਸ਼ ਬੇਟਾ। 3. ਫਰੰਟ ਦੀ ਵੈਲਿਊ ਕਿੰਨੀ ਹੋਏਗੀ? Front ਦੀ 3. ਓਕੇ। ਔਰ ਰੀਅਰ? ਤੇ rear ਦੀ 5. ਹਾਂਜੀ ਬੇਟਾ, ਰੀਅਰ ਦੀ ਕਿੰਨੀ ਹੋਏਗੀ? ਬੇਟਾ ਦੇਖੋ ਰੇਅਰ ਦੇ ਉੱਪਰ ਕੋਈ ਐਲੀਮੈਂਟ ਆਪਾਂ ਨਵਾਂ ਐਡ ਥੋੜੀ ਕੀਤਾ ਆ। ਸੋ ਜੋ ਰੇਅਰ ਦੀ ਪਹਿਲਾਂ ਵੈਲਿਊ ਸੀ ਉਹੀ ਰਹੇਗੀ। ਯੈਸ ਔਰ ਨੋ ਬੇਟਾ? ਯੈਸ ਔਰ ਨੋ ਬੇਟਾ? ਆਲਵੇਸ ਕੀਪ ਇਨ ਮਾਈਂਡ ਜਦੋਂ ਬੇਟਾ ਆਪਾਂ ਡਿਲੀਟ ਕਰਾਂਗੇ ਉਦੋਂ ਫਰੰਟ ਪੁਆਇੰਟਰ ਵੇਰੀਏਬਲ ਅਪਡੇਟ ਹੋਏਗਾ ਬੇਟਾ। ਜਦੋਂ ਆਪਾਂ ਐਡ ਕਰਾਂਗੇ ਉਦੋਂ ਰੀਅਰ ਪੁਆਇੰਟਰ ਵੇਰੀਏਬਲ ਅਪਡੇਟ ਹੋਏਗਾ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਠੀਕ ਹੈ। ਹੁਣ ਆਪਾਂ ਡਿਲੀਟ ਕਰ ਰਹੇ ਹਾਂ, ਡੈਟ ਮੀਨ ਜਿਹੜਾ ਫਰੰਟ ਪੁਆਇੰਟਰ ਵੇਰੀਏਬਲ ਹੈ ਕੱਲਾ ਉਹ ਅਪਡੇਟ ਹੋਏਗਾ। ਹੁਣ ਬੇਟਾ ਫਰੰਟ ਦੀ ਵੈਲਿਊ ਕਿੰਨੀ ਆ ਜਾਏਗੀ? ਮੇਰੇ ਕੋਲ 3 ਆ ਜਾਏਗੀ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਔਰ ਆਪਾਂ ਨਵਾਂ ਐਲੀਮੈਂਟ ਕੋਈ ਐਡ ਨਹੀਂ ਕੀਤਾ, ਸੋ ਰੀਅਰ ਦੀ Yes, ਵੈਲਿਊ ਕਿੰਨੀ? sir. ਰੀਅਰ ਦੀ ਵੈਲਿਊ ਕਿੰਨੀ ਰਹਿ ਜਾਏਗੀ? 5 ਰਹਿ ਜਾਏਗੀ। ਕਲੀਅਰ ਬੇਟਾ? ਯੈਸ ਔਰ ਨੋ? ਹੁਣ ਨੈਕਸਟ ਬੇਟਾ ਆਪਣੇ ਕੋਲ C ਡਿਲੀਟ ਕਰਨਾ ਹੈ। Yes, ਸ਼ਾਬਾਸ਼। sir. ਹੁਣ ਦੱਸੋ C ਡਿਲੀਟ ਕਰ ਦਿੱਤਾ ਹੈ ਤੇ ਦੱਸੋ ਕਿਹੜਾ ਪੁਆਇੰਟਰ ਵੇਰੀਏਬਲ ਅਪਡੇਟ ਹੋਏਗਾ, ਫਰੰਟ ਔਰ ਰੀਅਰ? ਹਾਂਜੀ ਬੇਟਾ। Sir, front 4. ਓਕੇ। Sir, front ਦੀ value 4 ਤੇ rear ਦੀ 5. ਹਾਂ, ਤੁਹਾਨੂੰ ਦੱਸਿਆ ਹੈ ਕਿ ਜਦੋਂ ਬੇਟਾ ਆਪਾਂ ਕੋਈ ਵੀ ਐਲੀਮੈਂਟ ਕਿਊ ਦੇ ਵਿੱਚੋਂ ਡਿਲੀਟ ਕਰਨਾ ਹੈ ਦੈਨ ਉਸ ਕੇਸ ਵਿੱਚ ਜਿਹੜਾ ਫਰੰਟ ਪੁਆਇੰਟਰ ਵੇਰੀਏਬਲ ਹੈ ਬੇਟਾ ਉਹੀ ਅਪਡੇਟ ਹੋਏਗਾ, ਰੇਅਰ ਅਪਡੇਟ ਨਹੀਂ ਹੋਏਗਾ। ਹੁਣ ਬੇਟਾ ਜਦੋਂ C ਡਿਲੀਟ ਹੋ ਗਿਆ ਹੈ ਤੇ ਫਰੰਟ ਦੀ ਵੈਲਿਊ ਕਿੰਨੀ ਆ ਜਾਏਗੀ? ਮੇਰੇ ਕੋਲ 4 ਆ ਜਾਏਗੀ ਔਰ ਰੀਅਰ ਦੀ ਵੈਲਿਊ ਮੇਰੇ ਕੋਲ 5 ਰਹੇਗੀ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਬੇਟਾ ਨੈਕਸਟ ਆਪਣੇ ਕੋਲ ਹੈ ਕਿ D ਡਿਲੀਟ ਕਰਨਾ ਹੈ। ਸ਼ਾਬਾਸ਼। ਹੁਣ ਬੇਟਾ D ਡਿਲੀਟ ਕਰਨਾ ਹੈ। ਆਪਾਂ ਨੂੰ ਪਤਾ ਹੈ ਕਿ ਪਹਿਲਾ ਐਲੀਮੈਂਟ D ਹੈ, ਉਸ ਤੋਂ ਬਾਅਦ ਆਪਣੇ ਕੋਲ E ਹੈ, ਤਾਂ ਆਬਵੀਅਸ ਹੈ ਪਹਿਲਾਂ D ਡਿਲੀਟ ਹੋਏਗਾ। ਹੁਣ ਬੇਟਾ ਪੁਆਇੰਟਰ ਵੇਰੀਏਬਲ ਫਰੰਟ ਹੈ ਬੇਟਾ ਅਪਡੇਟ ਹੋਏਗਾ। ਹੁਣ ਫਰੰਟ ਦੀ ਵੈਲਿਊ ਬੇਟਾ ਕੀ ਹੋ ਜਾਏਗੀ ਅਗਰ ਮੈਂ D ਡਿਲੀਟ ਕਰ ਦਿੱਤਾ ਨਾ? ਸ਼ਾਬਾਸ਼ 5. ਬੇਟਾ। ਹਾਂਜੀ ਬੇਟਾ, D ਡਿਲੀਟ ਕਰ ਦਿੱਤਾ ਹੈ, ਫਰੰਟ ਦੀ ਵੈਲਿਊ ਕਿੰਨੀ ਹੋਏਗੀ? 5 ਔਰ ਰੀਅਰ ਦੀ ਵੈਲਿਊ ਕਿੰਨੀ ਹੋਏਗੀ? 5। ਠੀਕ ਹੈ। ਆਲਵੇਸ ਕੀਪ ਇਨ ਮਾਈਂਡ ਬੇਟਾ ਜਦੋਂ ਫਰੰਟ ਔਰ ਰੀਅਰ ਦੀ ਵੈਲਿਊ ਸੇਮ ਆ ਜਾਏਗੀ ਉਹਦਾ ਬੇਟਾ ਮਤਲਬ ਹੋਏਗਾ ਕਿ ਕਿਊ ਦੇ ਵਿੱਚ ਇੱਕੋ ਹੀ ਐਲੀਮੈਂਟ ਹੈ। ਕਲੀਅਰ ਬੇਟਾ? ਯੈਸ ਔਰ ਨੋ? ਤੇ ਉਸ ਕੇਸ ਫਰੰਟ ਦੀ ਵੈਲਿਊ ਵੀ 5 ਆਏਗੀ ਔਰ ਰੀਅਰ ਦੀ ਵੈਲਿਊ ਵੀ ਕੀ ਆਏਗੀ? 5 ਆਏਗੀ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਹੁਣ ਮੰਨ ਲਓ ਨੈਕਸਟ ਮੈਂ E ਡਿਲੀਟ ਕਰਨਾ ਹੈ, ਇੱਕੋ ਐਲੀਮੈਂਟ ਹੈ। ਹੁਣ ਸ਼ਾਬਾਸ਼, ਯੂ ਟੈਲ ਮੀ ਫਰੰਟ ਔਰ ਰੀਅਰ ਦੀ ਵੈਲਿਊ ਕੀ ਆਏਗੀ? ਮੰਨ ਲਓ ਮੈਂ E ਡਿਲੀਟ ਕਰ ਦਿੱਤਾ ਹੈ। ਸ਼ਾਬਾਸ਼। ਹਾਂਜੀ ਬੇਟਾ। 0. हाँ शाबाश, दैट मीन्स फ्रंट की वैल्यू भी 0 आ जाएगी और रियर की वैल्यू भी की आ जाएगी? 0 आ जाएगी। क्लियर बेटा? यस और नो? Yes, sir. ठीक है। सो ऑलवेज कीप इन माइंड ਜਿਹੜਾ ਬੇਟਾ Yes, sir. ਆਪਾਂ ਨੂੰ ਫਰੰਟ ਪੁਆਇੰਟਰ ਵੇਰੀਏਬਲ ਤੋਂ ਕਲੀਅਰ ਹੋ ਜਾਏਗਾ ਕਿ ਕਿਊ ਮੇਰੇ ਕੋਲ ਖਾਲੀ ਹੈ ਜਾਂ ਨਹੀਂ ਹੈ। ਅਗਰ ਬੇਟਾ ਮੇਰੇ ਕੋਲ ਫਰੰਟ ਦੀ ਵੈਲਿਊ 0 ਹੋਏਗੀ ਉਹਦਾ ਮਤਲਬ ਕੀ ਹੋਏਗਾ? ਕਿਊ ਮੇਰੇ ਕੋਲ ਕੀ ਆ? ਐਮਪਟੀ ਹੈ। ਬੇਟਾ ਹੁਣ ਲਾਸਟ ਸਲਾਈਡ ਦੇਖੋ, ਇੱਕ ਮਿੰਟ ਵੇਟ ਕਰੋ। एक मिनट, दिस वन देखो, ध्यान लिखा हुआ है कंडीशन इफ फ्रंट इज इक्वल टू नल और फ्रंट इज इक्वल टू 0 बेटा ओदा की मतलब होएगा क्यू इज एम्प्टी। क्लियर बेटा? यस और नो? यस सर। ठीक है। सो बेटा दैट्स वाई इन दिस केस अपने को अगर अपने को डी एलिमेंट भी डिलीट हो जाएगा फ्रंट और रियर की वैल्यू कितनी आ जाएगी? अपने को 0 0 आ जाएगी। क्लियर? Yes, sir. बेटा समझ लगी सारिਆਂ ਨੂੰ? Yes, Yes. sir. नो शाबाश। यू टेल मी कि बेटा क्यू ਦੇ ਵਿੱਚ ਜਿਹੜਾ ਕਿੱਦਾਂ ਐਲੀਮੈਂਟ ਇਨਸਰਟ ਹੋਣਗੇ, ਕਿਹੜੀ ਸਾਈਡ ਤੋਂ ਇਨਸਰਟ ਹੋਣਗੇ, ਕਿਹੜੀ ਸਾਈਡ ਤੋਂ ਡਿਲੀਟ ਹੋਣਗੇ? ਸ਼ਾਬਾਸ਼। ਜੇ ਸਾਈਡ ਤੋਂ ਬੇਟਾ ਆਪਾਂ ਇਨਸਰਟ ਕਰਦੇ ਆ ਉਹਨੂੰ ਕੀ ਕਵਾਂਗੇ? ਜੇ ਸਾਈਡ ਤੋਂ ਆਪਾਂ ਡਿਲੀਟ ਕਰਦੇ ਆ ਉਹਨੂੰ ਕੀ ਕਵਾਂਗੇ? ਸ਼ਾਬਾਸ਼ ਬੇਟਾ। First in, first out. ਇੱਕ ਤਾਂ ਟੈਕਨੀਕ ਯੂਜ਼ ਹੋਗੀ, ਇਹਦੇ ਵਿੱਚ ਟੈਕਨੀਕ ਕਿਹੜੀ ਯੂਜ਼ ਹੋਏਗੀ? ਫਰਸਟ ਇਨ ਫਰਸਟ ਆਊਟ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਹੁਣ ਉਸ ਤੋਂ ਬਾਅਦ ਮੰਨ ਲਓ ਕਿ ਜਦੋਂ ਹੁਣ ਸ਼ਾਬਾਸ਼ ਦੱਸੋ ਬੇਟਾ ਫਰੰਟ ਦੀ ਔਰ ਰੀਅਰ ਦੀ ਵੈਲਿਊ ਬੇਟਾ ਇਹਦਾ ਕੀ ਰੋਲ ਹੋਏਗਾ? ਸ਼ਾਬਾਸ਼।
ਫਰੰਟ ਵਿੱਚ ਕਿਹੜੀ ਵੈਲਿਊ ਹੋਏਗੀ ਔਰ ਰੀਅਰ ਵਿੱਚ ਕਿਹੜੀ ਵੈਲਿਊ ਹੋਏਗੀ? ਸ਼ਾਬਾਸ਼ ਬੇਟਾ। ਫਸਟ ਵੈਲਿਊ ਹੋਗੀ ਤੇ ਰੀਅਰ ਵਿੱਚ ਲਾਸਟ। ਓਕੇ ਸ਼ਾਬਾਸ਼। ਡੈਟ ਮੀਨਸ ਕੀ ਹੋਏਗਾ, ਜਿਹੜਾ ਫਰੰਟ ਹੋਏਗਾ ਉਹਦੇ ਵਿੱਚ ਬੇਟਾ ਜਿਹੜਾ ਪਹਿਲਾ ਐਲੀਮੈਂਟ ਆਪਾਂ ਕਿਊ ਦੇ ਵਿੱਚ ਸਟੋਰ ਕੀਤਾ ਸੀ ਉਹਦਾ ਐਡਰੈਸ ਹੋਏਗਾ, ਔਰ ਰੀਅਰ ਦੇ ਵਿੱਚ ਜਿਹੜਾ ਆਪਾਂ ਲਾਸਟ ਐਲੀਮੈਂਟ ਸਟੋਰ ਕੀਤਾ ਸੀ ਉਹ ਬੇਟਾ ਰੀਅਰ ਵਿੱਚ ਸਟੋਰ ਹੋਏਗਾ। ਕਲੀਅਰ ਬੇਟਾ? ਯੈਸ ਸਰ। ਬੇਟਾ ਹੁਣ ਦੱਸੋ, ਜਦੋਂ ਬੇਟਾ ਮੈਂ ਡਿਲੀਟ ਕਰ ਰਿਹਾ ਹਾਂ, ਅਗਰ ਕੋਈ ਵੀ ਐਲੀਮੈਂਟ ਕਿਊ ਦੇ ਵਿੱਚੋਂ ਡਿਲੀਟ ਕਰ ਰਿਹਾ ਹਾਂ, ਉਸ ਕੇਸ ਵਿੱਚ ਬੇਟਾ ਕਿਹੜਾ ਪੁਆਇੰਟਰ ਵੇਰੀਏਬਲ ਅਪਡੇਟ ਹੋਏਗਾ, ਫਰੰਟ ਔਰ ਰੀਅਰ? ਫਰੰਟ। ਵੈਰੀ ਗੁੱਡ ਵੈਰੀ ਗੁੱਡ। ਦੈਟ ਮੀਨਸ ਮੰਨ ਲਓ ਮੇਰੇ ਕੋਲ 4 5 6 ਐਲੀਮੈਂਟ ਹੈ ਬੇਟਾ, ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਮੈਂ ਕੋਈ ਵੀ ਐਲੀਮੈਂਟ ਡਿਲੀਟ ਕਰਨਾ ਹੈ ਉਹ ਫਰੰਟ ਤੋਂ ਡਿਲੀਟ ਹੋਏਗਾ। ਜਦੋਂ ਬੇਟਾ ਡਿਲੀਟ ਹੋ ਜਾਏਗਾ ਤੇ ਸਿਰਫ ਜਿਹੜਾ ਫਰੰਟ ਪੁਆਇੰਟਰ ਵੇਰੀਏਬਲ ਹੈ ਉਹ ਅਪਡੇਟ ਹੋਏਗਾ। ਕਲੀਅਰ ਬੇਟਾ? ਯੈਸ ਸਰ। ਆਲਵੇਸ ਕੀਪ ਇਨ ਮਾਈਂਡ, ਜਦੋਂ ਆਪਾਂ ਡਿਲੀਟ ਕਰਾਂਗੇ ਉਸ ਕੇਸ ਵਿੱਚ ਸਿਰਫ ਤੇ ਸਿਰਫ ਜਿਹੜਾ ਫਰੰਟ ਪੁਆਇੰਟਰ ਵੇਰੀਏਬਲ ਹੈ ਬੇਟਾ ਉਹ ਅਪਡੇਟ ਉਹ ਕੀ ਹੋਏਗਾ, ਅਪਡੇਟ ਹੋਏਗਾ। ਔਰ ਸਿਮਿਲਰਲੀ ਬੇਟਾ ਜਦੋਂ ਮੈਂ ਇਨਸਰਟ ਕਰੂੰਗਾ ਤੇ ਕਿਹੜਾ ਪੁਆਇੰਟਰ ਵੇਰੀਏਬਲ ਅਪਡੇਟ ਹੋਏਗਾ? ਸ਼ਾਬਾਸ਼ ਬੇਟਾ। ਜਦੋਂ ਕੋਈ ਨਵਾਂ ਐਲੀਮੈਂਟ ਇਨਸਰਟ ਕਰੂੰਗਾ ਤੇ ਕਿਹੜਾ ਪੁਆਇੰਟਰ ਅਪਡੇਟ ਹੋਏਗਾ? ਰੀਅਰ। ਰੀਅਰ। ਆਲਵੇਸ ਕੀਪ ਇਨ ਮਾਈਂਡ, ਜਦੋਂ ਬੇਟਾ ਮੈਂ ਕੋਈ ਵੀ ਐਲੀਮੈਂਟ ਇਨਸਰਟ ਕਰਨਾ ਹੈ, ਇਨਸਰਟ ਵਿੱਚ ਕਿਊ ਵਿੱਚ ਇਨਸਰਟ ਕਰ ਰਿਹਾ ਹਾਂ, ਉਸ ਕੇਸ ਵਿੱਚ ਸਿਰਫ ਤੇ ਸਿਰਫ ਜਿਹੜਾ ਰੀਅਰ ਪੁਆਇੰਟਰ ਵੇਰੀਏਬਲ ਹੈ ਬੇਟਾ ਉਹ ਕੀ ਹੋਏਗਾ, ਅਪਡੇਟ ਹੋਏਗਾ। ਕਲੀਅਰ ਬੇਟਾ? ਯੈਸ ਔਰ ਨੋ? ਅਗਰ ਬੇਟਾ ਇਹ ਚੀਜ਼ ਧਿਆਨ ਵਿੱਚ ਰੱਖੋਗੇ ਤਾਂ ਦੈਨ ਤੁਹਾਨੂੰ ਇਸ ਚੀਜ਼ ਨੂੰ ਸਮਝਣ ਵਿੱਚ ਜਾਂ ਇਹਨੂੰ ਇੰਪਲੀਮੈਂਟ ਕਰਨ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਹੁਣ ਲਾਸਟ ਕੁਐਸਚਨ, ਹੁਣ ਮੰਨ ਲਓ ਮੇਰੇ ਕੋਲ ਫਰੰਟ ਦੀ ਵੈਲਿਊ ਬੇਟਾ ਨਲ ਹੈ, ਇਹਦਾ ਕੀ ਮਤਲਬ ਹੋਏਗਾ? ਅਗਰ ਫਰੰਟ ਦੀ ਵੈਲਿਊ ਨਲ ਹੋਏਗੀ ਤਾਂ ਸ਼ਾਬਾਸ਼ ਬੇਟਾ। ਦੱਸੋ ਬੇਟਾ, ਅਗਰ ਫਰੰਟ ਦੀ ਵੈਲਿਊ ਨਲ ਹੈ ਤਾਂ ਉਹਦਾ ਕੀ ਮਤਲਬ ਹੋਏਗਾ? ਸਰ ਫਰੰਟ ਤੇ ਕੋਈ ਵੈਲਿਊ ਸਟੋਰ ਨਹੀਂ ਹੈਗੀ। ਨੋ ਨੋ ਬੇਟਾ, ਫਰੰਟ ਸਰ ਮਤਲਬ ਕਿ ਫਰੰਟ ਤੇ ਫਰੰਟ ਇਹਦਾ ਮਤਲਬ ਇਹ ਨਹੀਂ ਹੈ ਕਿ ਫਰੰਟ ਤੇ ਕੋਈ ਵੈਲਿਊ ਨਹੀਂ ਹੈ ਬੇਟਾ, ਕੋਈ ਨਾ ਕੋਈ ਵੈਲਿਊ ਤਾਂ ਫਰੰਟ ਤੇ ਹੋਏਗੀ। ਅਗਰ ਆਪਣੇ ਕੋਲ ਸਟੈਕ ਬਿਲਕੁਲ ਬੇਟਾ ਖਾਲੀ, ਸੌਰੀ ਕਿਊ ਬਿਲਕੁਲ ਖਾਲੀ ਹੋਏਗਾ, ਦੈਨ ਉਹਦੇ ਫਰੰਟ ਦੀ ਵੈਲਿਊ ਕੀ ਹੋਏਗੀ, ਨਲ। ਬੇਟਾ ਜਦੋਂ ਫਰੰਟ ਦੀ ਵੈਲਿਊ ਨਲ ਹੋਏਗੀ ਉਹਦਾ ਮਤਲਬ ਹੋਏਗਾ ਕਿਊ ਦੇ ਵਿੱਚ ਕੋਈ ਵੀ ਐਲੀਮੈਂਟ ਨਹੀਂ ਹੈ, ਕਿਊ ਤੁਹਾਡੀ ਐਮਪਟੀ ਹੈ। ਕਲੀਅਰ ਬੇਟਾ? ਯੈਸ ਸਰ। ਓਕੇ ਠੀਕ, ਸਰ। ਇਹਦਾ ਮਤਲਬ ਇਹ ਨਹੀਂ ਹੈ ਕਿ ਫਰੰਟ ਦੀ ਵੈਲਿਊ ਨਲ ਹੈ ਤੇ ਫਰੰਟ ਦੇ ਉੱਪਰ ਕੋਈ ਐਲੀਮੈਂਟ ਨਹੀਂ। ਨੋ, ਅਗਰ ਮੰਨ ਲਓ ਮੈਂ ਇੱਥੇ 5 ਪਾਤਾ ਤੇ ਡੈਟ ਮੀਨਸ ਜੇ ਫਰੰਟ ਦੀ ਵੈਲਿਊ ਵੀ 2 ਹੋਏਗੀ ਔਰ ਰੀਅਰ ਦੀ ਵੈਲਿਊ ਵੀ 2 ਹੋਏਗੀ। ਸੋ ਡੈਟਸ ਵਾਈ ਆਲਵੇਸ ਕੀਪ ਇਨ ਮਾਈਂਡ, ਜਦੋਂ ਬੇਟਾ ਫਰੰਟ ਦੀ ਵੈਲਿਊ ਨਲ ਹੋਏਗੀ ਉਹਦਾ ਮਤਲਬ ਹੋਏਗਾ ਕਿ ਕਿਊ ਦੇ ਵਿੱਚ ਕੋਈ ਵੀ ਐਲੀਮੈਂਟ ਨਹੀਂ ਹੈ। ਕਲੀਅਰ ਬੇਟਾ? ਯੈਸ ਔਰ ਨੋ? ਹੁਣ ਬੇਟਾ ਮੈਨੂੰ ਦੱਸੋ, ਫਰੰਟ ਔਰ ਰੀਅਰ ਦੀ ਵੈਲਿਊ ਇਕੁਅਲ ਕਦੋਂ ਹੋ ਸਕਦੀ ਹੈ? ਕਿਸ ਕੇਸ ਵਿੱਚ ਫਰੰਟ ਔਰ ਰੀਅਰ ਦੀ ਵੈਲਿਊ ਇਕੁਅਲ ਹੋਏਗੀ? ਸਰ ਜਦੋਂ ਸਾਡੇ ਪੇਜ ਵਿੱਚ ਇੱਕੋ ਹੀ ਐਲੀਮੈਂਟ ਵੈਰੀ ਗੁੱਡ ਵੈਰੀ ਗੁੱਡ ਬੇਟਾ, ਜਦੋਂ ਆਪਣੇ ਕੋਲ ਕਿਊ ਦੇ ਵਿੱਚ ਸਿਰਫ ਇੱਕੋ ਹੀ ਐਲੀਮੈਂਟ ਹੋਏਗਾ ਦੈਨ ਬੇਟਾ ਉਸ ਕੇਸ ਵਿੱਚ ਆਪਣੇ ਕੋਲ ਫਰੰਟ ਦੀ ਔਰ ਰੀਅਰ ਦੀ ਵੈਲਿਊ ਕੀ ਹੋਏਗੀ, ਸੇਮ ਹੋਏਗੀ। ਤੁਸੀਂ ਐਗਜ਼ਾਮਪਲ ਦੇ ਵਿੱਚ ਦੇਖ ਸਕਦੇ ਹੋ ਕਿ ਮੇਰੇ ਕੋਲ ਇੱਕੋ ਹੀ ਐਲੀਮੈਂਟ ਹੈ, ਇਨ ਦਿਸ ਕੇਸ ਬੇਟਾ ਫਰੰਟ ਦੀ ਵੈਲਿਊ ਵੀ 2 ਹੋਏਗੀ ਔਰ ਰੀਅਰ ਦੀ ਵੈਲਿਊ ਵੀ 2 ਹੋਏਗੀ। ਅਗਰ ਆਪਣੇ ਕੋਲ ਇਹ ਚੀਜ਼ ਆ ਜਾਂਦੀ ਹੈ ਬੇਟਾ ਤੇ ਦੇਖ ਕੇ ਦੱਸ ਸਕਦੇ ਹੋ ਕਿ ਜਿਹੜਾ ਕਿਊ ਹੈ ਇਹਦੇ ਵਿੱਚ ਮੇਰੇ ਕੋਲ ਇੱਕੋ ਹੀ ਐਲੀਮੈਂਟ ਹੈ। ਕਲੀਅਰ ਬੇਟਾ? ਬੇਟਾ ਸਮਝ ਗਏ ਸਾਰਿਆਂ ਨੂੰ? ਠੀਕ ਹੈ। ਸੋ ਬੇਟਾ ਜਦੋਂ ਇਨਸਰਸ਼ਨ ਕਰਾਂਗੇ, ਇਨਸਰਸ਼ਨ ਇਸ ਸਾਈਡ ਤੋਂ ਹੋਏਗੀ, ਉਸ ਸਾਈਡ ਨੂੰ ਆਪਾਂ ਰੀਅਰ ਕਵਾਂਗੇ। ਬੇਟਾ ਇਸ ਸਾਈਡ ਤੋਂ ਆਪਣੇ ਕੋਲ ਡਿਲੀਸ਼ਨ ਹੋਏਗੀ, ਉਹਨੂੰ ਕੀ ਕਵਾਂਗੇ ਆਪਾਂ, ਫਰੰਟ ਕਵਾਂਗੇ। ਕਲੀਅਰ? ਯੈਸ ਸਰ। ਓਕੇ। ਸੋ ਬੇਟਾ ਅੱਜ ਦਾ ਸੈਸ਼ਨ ਆਪਾਂ ਇੱਥੇ ਸਟਾਪ ਕਰਦੇ ਹਾਂ। ਕਲੀਅਰ ਬੇਟਾ? ਯੈਸ ਔਰ ਨੋ? ਯੈਸ ਸਰ। ਠੀਕ, ਅੱਜ ਦਾ ਸੈਸ਼ਨ ਬੇਟਾ ਆਪਾਂ ਇੱਥੇ ਸਟਾਪ ਕਰਦੇ ਹਾਂ। ਸੋ ਬੇਟਾ ਆਪਾਂ ਅੱਜ ਡਿਸਕਸ ਕੀ ਕੀਤਾ ਹੈ, ਦੈਟ ਇਜ਼ ਅ ਡੈਫੀਨੇਸ਼ਨ, ਦੈਨ ਗ੍ਰਾਫਿਕਲ ਵਿਊ ਆਫ ਅ ਕਿਊ, ਦੈਨ ਆਪਰੇਸ਼ਨ ਔਨ ਅ ਕਿਊ। ਇਹਦੇ ਬੇਟਾ ਆਪਾਂ ਐਲਗੋ ਵੀ ਡਿਸਕਸ ਕਰਾਂਗੇ ਔਰ ਆਪਾਂ ਸਟਾਰਟ ਕੀਤਾ ਹੈ ਦੈਟ ਇਜ਼ ਅ ਰਿਪਰੈਜ਼ੈਂਟੇਸ਼ਨ ਆਫ ਅ ਕਿਊ। ਪਹਿਲਾਂ ਆਪਾਂ ਦੇਖ ਲਿਆ ਕਿ ਐਰੇ ਨਾਲ ਕਿੱਦਾਂ ਹੁੰਦਾ ਹੈ। ਬਾਈ ਟੂਮਾਰੋ ਬੇਟਾ ਆਪਾਂ ਇਹਨਾਂ ਦੋਨਾਂ ਦੇ ਐਲਗੋਰਿਜ਼ਮ ਜਿਹੜੇ ਇਨਸਰਸ਼ਨ ਹੈ, ਡਿਲੀਸ਼ਨ ਹੈ, ਇਹਦੇ ਐਲਗੋਰਿਜ਼ਮ ਡਿਸਕਸ ਕਰਾਂਗੇ। ਕਲੀਅਰ ਬੇਟਾ? ਬੇਟਾ ਕਿਊ ਦਾ ਕਨਸੈਪਟ ਕਲੀਅਰ ਹੋਇਆ ਸਾਰਿਆਂ ਨੂੰ? ਯੈਸ ਸਰ। ਕੋਈ ਬੇਟਾ ਡਾਊਟ, ਕੋਈ ਡਾਊਟ ਇਹਦੇ ਵਿੱਚ? ਨੋ ਸਰ। ਓਕੇ। ਸੋ ਬੇਟਾ ਅੱਜ ਦਾ ਸੈਸ਼ਨ ਆਪਾਂ ਇੱਥੇ ਸਟਾਪ ਕਰਦੇ ਹਾਂ। ਸੋ ਹਜੇ ਬੇਟਾ ਜਾਣਾ ਨਹੀਂ ਹੈ। ਸੋ ਪਲੀਜ਼ ਆਪਣੀ ਜਿਹੜੀ ਵੀਡੀਓ ਹੈ ਬੇਟਾ ਉਹ ਔਨ ਕਰ ਲਓ। ਸ਼ਾਬਾਸ਼। ਈਜ਼ੀ ਹੈ ਬੇਟਾ। ਕਿਊ ਦਾ ਪੇਪਰ ਵਿੱਚ ਕੁਐਸਚਨ ਬੇਟਾ ਆਇਆ ਹੋਇਆ ਹੈ, ਵਾਟ ਡੂ ਯੂ ਮੀਨ ਬਾਈ ਕਿਊ, ਜਾਂ ਕਿਹੜੇ ਕਿਹੜੇ ਉਹਦੇ ਆਪਰੇਸ਼ਨ ਪਰਫਾਰਮ ਹੁੰਦੇ ਹੈ, ਜਾਂ ਸਰਕੂਲਰ ਕਿਊ ਹੁੰਦੀ ਹੈ। ਇਹ ਕੁਐਸਚਨ ਬੇਟਾ ਕਾਫੀ ਵਾਰੀ ਪੇਪਰ ਦੇ ਵਿੱਚ ਆਇਆ ਹੋਇਆ ਹੈ। ਤੁਹਾਨੂੰ ਮੈਂ ਕੱਲ ਪਰਸੋਂ ਜਿਹੜੇ ਲਾਸਟ 10 ਪੇਪਰ ਸੀਗੇ ਲਾਸਟ ਪ੍ਰੀਵੀਅਸ ਈਅਰ ਦੇ ਬੇਟਾ ਸੈਂਡ ਕਰ ਦਿੱਤੇ ਹੈ। ਸੋ ਬੇਟਾ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ। ਅਗਰ ਚੈੱਕ ਕਰ ਲਿਓ ਕਿ ਕੋਈ ਇਦਾਂ ਦਾ ਕੁਐਸਚਨ ਤਾਂ ਨਹੀਂ ਹੈ ਜਿਹੜਾ ਆਪਾਂ ਸਿਲੇਬਸ ਖਤਮ ਕਰ ਚੁੱਕੇ ਹਾਂ ਚੈਪਟਰ, ਲੇਕਿਨ ਉਹ ਡਿਸਕਸ ਨਹੀਂ ਹੋਇਆ ਜਾਂ ਨਹੀਂ ਸਮਝ ਲੱਗੀ, ਤੇ ਬੇਟਾ ਉਹ ਫਾਈਂਡ ਆਊਟ ਕਰ ਲਿਓ, ਬੇਟਾ ਆਪਾਂ ਡਿਸਕਸ ਕਰ ਲਾਂਗੇ। ਕਲੀਅਰ ਬੇਟਾ?
Yes, sir. ठीक है. नाउ वेट नाउ बेटा यू कैन गो. थैंक यू बेटा, थैंक यू वेरी मच.